ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਜਿਵੇਂ ਕਿ ਆਪ ਸਭ ਜੀ ਨੂੰ ਪਤਾ, ਆਪਾਂ ਇੱਥੇ ਪੜ੍ਹ ਰਹੇ ਹਾਂ ਰਾਜੇ। ਆਪਾਂ ਪੰਜਾਬ ਜੀਕੇ ਨੂੰ ਬਹੁਤ ਡਿਟੇਲ ਦੇ ਵਿੱਚ ਆਉਣ ਵਾਲੇ ਪੇਪਰਾਂ ਵਾਸਤੇ ਤੇ ਪੀ ਬੋਰਡ ਦੇ ਵਿੱਚ ਖਾਸ ਕਰਕੇ 20 ਤੋਂ 25 ਨੰਬਰ ਦੀ ਪੰਜਾਬ ਜੀਕੇ ਹੁਣ ਐਡ ਕਰ ਦਿੱਤੀ ਗਈ ਹੈ ਹਰ ਇੱਕ ਸਿਲੇਬਸ ਦੇ ਵਿੱਚ। ਜਲਦੀ ਤੁਹਾਨੂੰ ਸਿਲੇਬਸ ਮਿਲ ਜੂਗਾ। ਤੇ ਕਲਰਕ ਆਈਟੀ ਕਲਰਕ ਤੇ ਕਲਰਕ ਅਕਾਊਂਟ ਦਾ ਪੇਪਰ ਹੋਇਆ ਸੀਗਾ 2021 ਦੇ ਵਿੱਚ ਦਸੰਬਰ ਦੇ ਵਿੱਚ, ਤੇ ਉਹਦੇ ਵਿੱਚ ਵੀ ਪੰਜਾਬ ਜੀਕੇ ਬਹੁਤ ਡਿਟੇਲ 'ਚ ਪੁੱਛੀ ਗਈ ਸੀ। ਤਾਂ ਲਾਸਟ ਵੀਡੀਓ ਵਿੱਚ ਆਪਾਂ ਕੀ ਕੀਤਾ ਸੀਗਾ, ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਬਾਰੇ ਆਪਾਂ ਸਟਾਰਟ ਕੀਤੇ ਸੀ ਸੀਰੀਜ਼। ਇਹਦੇ ਵਿੱਚ ਹੀ ਆਪਾਂ ਕੰਟੀਨਿਊ ਕਰਾਂਗੇ ਕਿਉਂਕਿ ਲਾਸਟ ਟਾਈਮ ਮੈਂ ਤੁਹਾਨੂੰ ਲਿਖਿਆ ਸੀਗਾ ਚੱਲਦੇ ਚੱਲਦੇ, ਕਹਿਣ ਦਾ ਮਤਲਬ ਕਿ ਟੂ ਬੀ ਕੰਟੀਨਿਊ, ਉੱਥੋਂ ਹੀ ਆਪਾਂ ਸਟਾਰਟ ਕਰ ਰਹੇ ਹਾਂ। ਤਾਂ ਪਲੀਜ਼ ਵੀਡੀਓ ਨੂੰ ਤੁਸੀਂ ਬਹੁਤ ਲਾਈਕ ਕੀਤਾ ਪਿਛਲੀ ਵੀਡੀਓ ਨੂੰ, ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਕਾਫੀ ਮਿਹਨਤ ਨਾਲ ਆਪਾਂ ਤਿਆਰ ਕੀਤੀ ਸੀਗੀ। ਤਾਂ ਅੱਜ ਦੀ ਵੀਡੀਓ ਵੀ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ। ਠੀਕ ਹੈ ਜੀ, ਬਹੁਤ ਵਧੀਆ ਤਿਆਰ ਕੀਤੀ ਆ, ਤਾਂ ਆਈ ਹੋਪ ਤੁਹਾਨੂੰ ਪਸੰਦ ਆਊਗੀ। ਚਲੋ ਜੀ, ਗੱਲ ਕਰਦੇ ਹਾਂ ਜੀ। ਮਹਾਰਾਜਾ ਰਣਜੀਤ ਸਿੰਘ ਜੀ ਜਿਹੜੀ ਜਿੱਤਾਂ ਹੈਗੀਆਂ ਰਾਜੇ, ਉਹ ਜ਼ਰੂਰ ਯਾਦ ਰੱਖ ਲੈਣੀਆਂ ਤੁਸੀਂ ਸਾਰਿਆਂ ਨੇ। ਠੀਕ ਹੈ, ਇਹਦੇ ਵਿੱਚ ਜਿਹੜੀਆਂ ਮੇਨ ਜਿੱਤਾਂ ਤੁਸੀਂ ਸਾਰੇ ਪੜ੍ਹ ਸਕਦੇ ਹੋ, ਤੇ ਇਹ ਸਿਰਫ ਤੁਹਾਡੇ ਪੜ੍ਹਨ ਦੇ ਲਾਇਕ ਹੈ, ਵੀ ਸਮਝਾਉਣ ਵਾਲੀ ਕੋਈ ਗੱਲ ਨਹੀਂ ਹੈਗੀ। ਤਾਂ ਲਾਹੌਰ ਦੀ ਜਿੱਤ ਹੋਈ ਸੀ ਰਾਜੇ 1799 ਦੇ ਵਿੱਚ, ਅੰਮ੍ਰਿਤਸਰ ਦੀ ਹੋ ਗਈ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਕਸੂਰ ਦੀ, ਝੰਗ ਦੀ ਜਿੱਤ, ਸਿਆਲਕੋਟ, ਕਾਂਗੜਾ, ਅਟਕ, ਮੁਲਤਾਨ, ਕਸ਼ਮੀਰ। ਠੀਕ ਹੈ, ਕਸ਼ਮੀਰ ਦੀ ਪੁੱਛਿਆ ਜਾਂਦਾ ਹੁੰਦਾ ਰਾਜੇ, ਕਸ਼ਮੀਰ ਦੀ ਜਿੱਤ ਬਾਰੇ ਆਪਾਂ ਪੜ੍ਹ ਲਾਂਗੇ ਕਿਸੇ ਦਿਨ ਡਿਟੇਲ ਦੇ ਵਿੱਚ। ਤੇ ਪੇਸ਼ਾਵਰ ਦੀ ਜਿੱਤ। ਤਾਂ ਕਹਿਣ ਦਾ ਮਤਲਬ ਕਿ ਉਹਨਾਂ ਨੇ ਲਗਾਤਾਰ ਉਹਨਾਂ ਦਾ ਜਿਹੜਾ ਰਾਜ ਭਾਗ ਸੀਗਾ ਉਹ ਵੱਧਦਾ ਜਾ ਰਿਹਾ ਸੀਗਾ। ਉਹਨਾਂ ਦੀ ਤਾਕਤ ਕੀ ਹੁੰਦੀ ਜਾ ਰਹੀ ਸੀਗੀ, ਦੁੱਗਣੀ ਹੁੰਦੀ ਜਾ ਰਹੀ ਸੀਗੀ। ਠੀਕ ਹੈ, ਦੁੱਗਣੀ ਤਿੱਗਣੀ, ਠੀਕ ਹੈ ਜੀ, ਹੁੰਦੀ ਜਾ ਰਹੀ ਸੀ ਦਿਨ ਬ ਦਿਨ। ਕਿਉਂਕਿ ਉਹਨਾਂ ਨੇ ਕੀ ਕੀਤਾ, ਪਹਿਲਾਂ ਤਾਂ 12 ਮਿਸਲਾਂ ਨੂੰ ਜੋੜ ਲਿਆ। ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਉਹ ਇਲਾਕੇ ਜਿਹੜੇ ਮਿਸਲਾਂ ਕੋਲੇ ਸੀਗੇ, ਉਹ ਵੀ ਉਹਨਾਂ ਦੇ ਵਿੱਚ ਮਰਜ ਹੋ ਗਏ। ਪਲੱਸ ਜੇ ਕੋਈ ਮਿਸਲ ਨਹੀਂ ਚਾਹੁੰਦੀ ਸੀ ਮਤਲਬ ਕਿ ਉਹਨਾਂ ਦੇ ਅਧੀਨ ਆਉਣਾ, ਤਾਂ ਉਹ ਉਹਨਾਂ ਨੂੰ ਜਿੱਤ ਲੈਂਦੇ ਸੀਗੇ। ਤਾਂ ਚਲੋ ਜੀ, ਆਪਾਂ ਅੱਗੇ ਗੱਲ ਕਰਦੇ ਹਾਂ। ਨੈਕਸਟ ਆਪਾਂ ਦੇਖਦੇ ਹਾਂ ਜੀ ਹੁਣ ਇਸ ਤੋਂ ਬਾਅਦ ਕੀ ਕੁਝ ਹੁੰਦਾ ਹੈ, ਕਿਵੇਂ ਕਿਵੇਂ ਸਿੱਖ ਰਾਜ ਦਾ ਇੱਕ ਦੁਖਦਾਈ ਅੰਤ ਹੁੰਦਾ ਹੈ, ਕਿਵੇਂ ਜਿਹੜੇ ਅੰਗਰੇਜ਼ ਨੇ ਉਹ ਕਬਜ਼ਾ ਕਰਦੇ ਨੇ ਇੰਡੀਆ ਆਪਣੇ ਪੰਜਾਬ ਦੇ ਵਿੱਚ, ਦੇਸ਼ ਦੇ ਉੱਪਰ। ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਬਾਅਦ ਕਬਜ਼ਾ ਹੋਇਆ। ਠੀਕ ਹੈ, ਤੁਸੀਂ ਦੇਖੋਗੇ ਪੰਜਾਬ ਦੇ ਵਿੱਚ 1849 'ਚ ਜਾ ਕੇ ਕਬਜ਼ਾ ਹੋਇਆ, ਜਦਕਿ ਬਾਕੀ ਜਗ੍ਹਾ ਤੇ ਪਹਿਲਾਂ ਕਬਜ਼ਾ ਹੋ ਚੁੱਕਿਆ ਸੀਗਾ ਲਗਭਗ। ਠੀਕ ਹੈ ਜੀ, ਤਾਂ ਗੱਲ ਕਰਦੇ ਹਾਂ ਜੀ ਅੱਗੇ ਆਪਾਂ ਨੈਕਸਟ। ਆਪਾਂ ਇੱਥੋਂ ਮੈਂ ਛੱਡੀ ਸੀਗੀ ਵੀਡੀਓ। ਠੀਕ ਹੈ ਜੀ, ਇਸ ਤੋਂ ਨੈਕਸਟ ਆਪਾਂ ਕਰਦੇ ਹਾਂ ਜੀ। ਅੱਛਾ, ਲਾਸਟ ਟਾਈਮ ਕਈ ਬੰਦੇ ਪੁੱਛ ਰਹੇ ਸੀ ਕਿ ਸਰ ਸਾਨੂੰ ਫੈਮਿਲੀ ਬਾਰੇ ਨਹੀਂ ਪਤਾ ਲੱਗਦਾ। ਤਾਂ ਦੇਖੋ ਜੀ, ਤੁਹਾਨੂੰ ਮੈਂ ਦੱਸਿਆ ਸੀ ਸਭ ਤੋਂ ਪਹਿਲਾਂ ਨੌਜ ਸਿੰਘ ਜੀ ਬਾਰੇ ਪੜਾਇਆ ਸੀਗਾ, ਹਨਾ। ਨੌਜ ਸਿੰਘ ਜੀ ਦੇ ਦੋ ਬੱਚੇ ਹੋਏ ਸੀਗੇ, ਇੱਕ ਤਾਂ ਬੁੱਢਾ ਸਿੰਘ ਤੇ ਇੱਕ ਸੀਗਾ ਜੀ ਤੁਹਾਡਾ ਚੰਦਾ ਸਿੰਘ। ਠੀਕ ਹੈ ਜੀ, ਤਾਂ ਚੰਦਾ ਸਿੰਘ ਦੀ ਫੈਮਿਲੀ ਨੂੰ ਆਪਾਂ ਇੰਨਾ ਡਿਟੇਲ ਚ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ। ਆਪਾਂ ਪੜ੍ਹਨਾ ਜੀ ਬੁੱਢਾ ਸਿੰਘ, ਬੁੱਢਾ ਜੀ ਨੂੰ ਬੁੱਢਾ ਸਿੰਘ। ਬੁੱਢਾ ਸਿੰਘ ਦਾ ਮੁੰਡਾ ਸੀ ਚੜਤ ਸਿੰਘ, ਚੜਤ ਸਿੰਘ ਦਾ ਮੁੰਡਾ ਸੀ ਮਾਹ ਸਿੰਘ, ਤੇ ਮਾਹ ਸਿੰਘ ਜੀ ਦਾ ਮੁੰਡਾ ਸੀਗਾ ਮਹਾਰਾਜਾ ਰਣਜੀਤ ਸਿੰਘ। ਹੁਣ ਫਾਊਂਡਰ ਮੈਂ ਉੱਥੇ ਬੁੱਢਾ ਸਿੰਘ ਬੋਲਿਆ ਰਾਜੇ, ਵੈਸੇ ਕਈ ਜਗ੍ਹਾ ਤੇ ਇਤਿਹਾਸ ਜ਼ਿਕਰ ਬੁੱਢਾ ਸਿੰਘ ਦਾ ਵੀ ਆਉਂਦਾ ਹੈ, ਚੜਤ ਸਿੰਘ ਦਾ ਵੀ ਆਉਂਦਾ ਹੈ। ਠੀਕ ਹੈ ਜੀ, ਤੁਸੀਂ ਬਸ ਇਹ ਨੋਟ ਕਰ ਲਿਓ। ਠੀਕ ਹੈ ਜੀ, ਫਾਊਂਡਰ ਉੱਥੇ ਪੁੱਛਿਆ ਜਾਊਗਾ ਤੁਹਾਡੇ ਤੋਂ। ਠੀਕ ਹੈ, ਚੜਤ ਸਿੰਘ ਆਨਸਰ ਲਾ ਦਿਓ, ਬਟ ਇਹ ਹੈ ਵੀ ਉੱਥੇ ਜੇ ਡਿਟੇਲ ਦੇ ਵਿੱਚ ਜੇ ਜ਼ਿਆਦਾ ਮਤਲਬ ਕਿ ਜਿਹੜਾ ਉੱਥੇ ਕੁਐਸਚਨ ਆਊਗਾ ਉਹਦੇ ਵਿੱਚ ਦੋਨੇ ਆਪਸ਼ਨਾਂ ਨਹੀਂ ਹੋਣਗੀਆਂ। ਜੇ ਦੋਨੇ ਆਪਸ਼ਨਾਂ ਹੋਣਗੀਆਂ ਤਾਂ ਪੰਗਾ ਪਊਗਾ, ਆਬਜੈਕਸ਼ਨ ਦੇ ਵਿੱਚ ਜਾ ਸਕਦਾ ਕੁਐਸਚਨ। ਠੀਕ ਹੈ ਜੀ, ਕਿਉਂਕਿ ਹਰੇਕ ਸੋਰਸ ਦੇ ਵਿੱਚੋਂ ਵੱਖਰੀ ਵੱਖਰੀ ਚੀਜ਼ ਮਿਲੂਗੀ। ਬਟ ਜ਼ਿਆਦਾਤਰ ਜਿਹੜੇ ਅਥੈਂਟੀਕੇਟ ਜਿਹੜੇ ਸੋਰਸ ਕਹਿੰਦੇ ਆ ਜੀ, ਸ਼ੁਕਰ ਚੱਕੀ ਜਿਹੜੀ ਮਿਸਲ ਹੈਗੀ ਰਾਜੇ ਚੜਤ ਸਿੰਘ ਦੇ ਨਾਮ ਨਾਲ ਜ਼ਿਆਦਾ ਮਸ਼ਹੂਰ ਹੋਈ ਸੀਗੀ। ਠੀਕ ਹੈ, ਚੜਤ ਸਿੰਘ ਜੀ ਨੂੰ ਫਾਊਂਡਰ ਮੰਨੇ ਜਾਂਦੇ ਆ। ਠੀਕ ਹੈ ਜੀ, ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਮਹਾਰਾਜਾ ਰਣਜੀਤ ਸਿੰਘ ਜੀ ਦਾ ਬੇਟਾ ਸੀ ਸਭ ਤੋਂ ਵੱਡਾ ਖੜਕ ਸਿੰਘ, ਫਿਰ ਸ਼ੇਰ ਸਿੰਘ। ਠੀਕ ਹੈ ਜੀ, ਫਿਰ ਤਾਰਾ ਸਿੰਘ, ਕਸ਼ਮੀਰਾ ਸਿੰਘ, ਪਿਸ਼ੌਰਾ ਸਿੰਘ ਤੇ ਦਲੀਪ ਸਿੰਘ। ਠੀਕ ਹੈ, ਫਰਦਰ ਉਹਨਾਂ ਦੇ ਵਿੱਚ ਨੌ ਨਿਹਾਲ ਸਿੰਘ ਜੀ ਸੀਗੇ, ਜਿਨ੍ਹਾਂ ਦਾ ਜ਼ਿਕਰ ਆਊਗਾ ਅੱਗੇ ਜਾ ਕੇ ਇਤਿਹਾਸ ਦੇ ਵਿੱਚ ਬਹੁਤ। ਪ੍ਰਤਾਪ ਸਿੰਘ, ਸ਼ਾਹਦੇਵ, ਠੀਕ ਹੈ, ਸ਼ਾਹਦੇਵ ਸਿੰਘ, ਬਖਸ਼ੀਸ਼ਾ ਸਿੰਘ। ਠੀਕ ਹੈ ਜੀ, ਦੇਵਾ ਸਿੰਘ। ਕਹਿਣ ਦਾ ਮਤਲਬ ਇਹ ਚੀਜ਼ਾਂ ਆਪਾਂ ਪੜਾਂਗੇ ਅੱਗੇ ਜਾ ਕੇ। ਫਿਲਹਾਲ ਤੁਹਾਨੂੰ ਮੈਂ ਫੈਮਿਲੀ ਟਰੀ ਦੱਸਤਾ। ਇਸ ਤੋਂ ਇਲਾਵਾ ਜਿਹੜੇ ਆ ਚੰਦਾ ਸਿੰਘ, ਦੀਦਾਰ ਸਿੰਘ, ਅਮਰ ਸਿੰਘ, ਇਹਨਾਂ ਦੇ ਵਿੱਚ ਕੀ ਹੈ ਜੀ, ਇਹ ਸੰਧਾ ਵਾਲੇ ਸਰਦਾਰ ਸੀਗੇ। ਸੰਧਾ ਵਾਲੀ ਬ੍ਰਾਂਚ ਕਿਉਂ ਕਹਿੰਦੇ ਇਹਨਾਂ ਨੂੰ, ਅੱਗੇ ਜਾ ਕੇ ਤੁਹਾਨੂੰ ਮੈਂ ਗੱਲ ਜਦੋਂ ਅਜੀਤ ਸਿੰਘ ਜੀ ਹੋਊਗੀ, ਅਜੀਤ ਸਿੰਘ ਦੀ ਹੋਊਗੀ, ਰਣਜੋਧ ਦੀ ਹੋਊਗੀ, ਠੀਕ ਹੈ, ਤੇ ਇਹਨਾਂ ਦੀ ਹੋਊਗੀ, ਤੁਹਾਨੂੰ ਸਮਝ ਆ ਜਾਊਗੀ ਕੀ ਕਹਾਣੀ ਆ। ਠੀਕ ਹੈ ਜੀ, ਅਤਰ ਸਿੰਘ ਹੋ ਗਿਆ। ਠੀਕ ਹੈ ਜੀ, ਇਹ ਸਾਰੇ ਲਹਿਣਾ ਸਿੰਘ ਵਗੈਰਾ ਜ਼ਿਕਰ ਆਊਗਾ ਅੱਗੇ ਜਾ ਕੇ ਇਤਿਹਾਸ ਦੇ ਵਿੱਚ। ਉਹ ਕਿਉਂ ਆਊਗਾ ਤੁਹਾਨੂੰ ਮੈਂ ਅੱਗੇ ਜਾ ਕੇ ਪੜਾਉਣਾ। ਠੀਕ ਹੈ, ਫਿਲਹਾਲ ਦੀ ਘੜੀ ਜਿਹੜੀ ਆਹ ਮੇਨ ਕਨਫਿਊਜ਼ਨ ਸੀਗੀ ਤੁਹਾਡੀ, ਇਹ ਮੈਂ ਦੂਰ ਕਰਤੀ ਹੈ। ਜਿਹੜੀ ਤੁਸੀਂ ਕਹਿ ਰਹੇ ਸੀ ਕਿ ਬੁੱਢਾ ਸਿੰਘ, ਚੜਤ ਸਿੰਘ, ਮਹਾ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਜੀ ਕਿਵੇਂ ਇਹ ਆਪਸ ਵਿੱਚ ਰਿਲੇਟਡ ਨੇ, ਤਾਂ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਜੀ। ਇਹਨਾਂ ਦਾ ਫਾਦਰ ਮਹਾ ਸਿੰਘ, ਦਾਦਾ ਚੜਤ ਸਿੰਘ, ਪੜਦਾਦਾ ਬੁੱਢਾ ਸਿੰਘ ਤੇ ਠੀਕ ਹੈ ਪੜਦਾਦਾ। ਠੀਕ ਹੈ, ਦਾਦੇ ਦਾ ਮਤਲਬ ਅੱਗੇ ਉੱਪਰ ਜਿਹੜਾ ਹੈਗਾ ਨੌਜ ਸਿੰਘ ਜੀ ਹੈ। ਓਕੇ ਜੀ, ਚਲੋ ਅੱਗੇ ਚੱਲਦੇ ਹਾਂ ਆਪਾਂ। ਹੁਣ ਆਪਾਂ ਇੱਥੋਂ ਗੱਲ ਸ਼ੁਰੂ ਕਰਦੇ ਹਾਂ ਜੀ। ਗੱਲ ਇਹ ਹੈ, ਇਸ ਤੋਂ ਬਾਅਦ ਤੁਹਾਨੂੰ ਪਤਾ ਵੀ ਜਦੋਂ ਇਹਨਾਂ ਦੀ ਜਿੱਤਾਂ ਹੋ ਗਈਆਂ, ਠੀਕ ਹੈ ਜੀ, ਕਹਿੰਦੇ ਜੀ ਇਹਨਾਂ ਦੀਆਂ ਜਿੱਤਾਂ ਦੀ ਬਦੌਲਤ ਕੀ ਹੋ ਗਿਆ ਜੀ, ਮਹਾਰਾਜਾ ਰਣਜੀਤ ਸਿੰਘ ਨੇ ਕਹਿੰਦਾ ਆਪਣੀ ਛੋਟੀ ਜੀ ਇੱਕ ਜਿਹੜੀ ਮਿਸਲ ਸੀਗੀ, ਕਿਹੜੀ ਮਿਸਲ ਸੀਗੀ, ਸ਼ੁਕਰ ਚੱਕੀਆ ਮਿਸਲ ਸੀਗੀ ਇਕੱਲੀ। ਦੇਖੋ ਸ਼ੁਕਰ ਚੱਕੀਆ ਮਿਸਲ ਨੂੰ ਕਿਵੇਂ ਕਿੰਨਾ ਇਹਨਾਂ ਨੇ ਰਾਜ ਭਾਗ ਇਹਨਾਂ ਨੇ ਵਧਾਤਾ। ਠੀਕ ਹੈ, ਕਿੰਨਾ ਅੱਗੇ ਲੈ ਕੇ ਚਲੇ ਗਏ। ਤਾਂ ਛੋਟੀ ਜੀ ਕਹਿੰਦੇ ਮਿਸਲ ਨੂੰ ਕੀ ਕੀਤਾ ਇਹਨਾਂ ਨੇ, ਆਪਣੀ ਇੱਕ ਵਿਸ਼ਾਲ ਰਾਜ ਦੇ ਵਿੱਚ ਬਦਲਤਾ, ਜਿਹੜਾ ਕਿ ਸਿੱਖ ਰਾਜ ਸੀਗਾ।
ਕਹਿੰਦਾ ਜੀ ਉਹਨਾਂ ਦਾ ਰਾਜ ਭਾਗ ਕਹਿੰਦਾ ਉੱਤਰ ਵਿੱਚ ਜੇ ਆਪਾਂ ਗੱਲ ਕਰੀਏ ਲਦਾਖ ਤੋਂ ਕਹਿੰਦਾ ਦੱਖਣ ਦੇ ਵਿੱਚ ਸਿੱਖਮਪੁਰ ਤੱਕ ਪਹੁੰਚ ਗਿਆ ਤੇ ਉਧਰੋਂ ਜਮਰੂਦ ਤੋਂ ਲੈ ਕੇ ਕਹਿੰਦਾ ਜੀ ਸਤਲੁਜ ਤੱਕ ਫੈਲ ਗਿਆ ਸੀ। ਕਹਿਣ ਦਾ ਮਤਲਬ ਚਾਰੇ ਦਿਸ਼ਾਵਾਂ ਦੇ ਵਿੱਚ ਇਹਨਾਂ ਦਾ ਸਿੱਖ ਰਾਜ ਫੈਲ ਗਿਆ ਸੀਗਾ, ਰਾਜ ਇਹਨਾਂ ਦਾ ਬਹੁਤ ਸਟਰੋਂਗ ਹੋ ਗਿਆ ਸੀਗਾ। ਜਦੋਂ ਇਹਨਾਂ ਨੇ ਕੀ ਕੀਤਾ ਜੀ, ਇਹਨਾਂ ਨੇ ਮਿਸਲਾਂ ਨੂੰ ਇਕੱਠਾ ਕਰ ਲਿਆ ਤੇ ਪਲੱਸ ਮਿਸਲਾਂ ਜਿੱਤ ਲਈਆਂ। ਤਾਂ ਅੱਗੇ ਗੱਲ ਕਰਦੇ ਹਾਂ ਜੀ, ਪਰ ਗੱਲ ਕੀ ਹੋਈ ਤੁਹਾਨੂੰ ਪਤਾ, ਉਸ ਟਾਈਮ ਤੇ ਅੰਗਰੇਜ਼ ਜਿਹੜੇ ਸੀਗੇ ਉਹ ਸਾਰੇ ਹਿੰਦੁਸਤਾਨ ਤੇ ਕਬਜ਼ਾ ਕਰ ਰਹੇ ਸੀ, ਨੇੜੇ ਤੇੜੇ ਇਲਾਕਿਆਂ ਤੇ ਵੀ ਕਬਜ਼ਾ ਕਰ ਰਹੇ ਸੀਗੇ, ਅਫਗਾਨਿਸਤਾਨ ਤੇ ਵੀ ਕਬਜ਼ਾ ਕਰ ਰਹੇ ਸੀਗੇ। ਕਹਿਣ ਦਾ ਮਤਲਬ ਕਿ ਉਹ ਉੱਭਰਦੀ ਹੋਈ ਇੱਕ ਤਾਕਤ ਸੀਗੀ, ਜਿਹਦੇ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਥੋੜਾ ਜਿਹਾ ਸੀਗਾ ਖਚਤਾ ਸੀਗਾ ਕਿ ਇਹ ਆਪਣੇ ਤੇ ਵੀ ਅਟੈਕ ਕਰ ਸਕਦੇ ਆ ਕੱਲ ਨੂੰ, ਠੀਕ ਹੈ ਜੀ, ਕਿਉਂਕਿ ਪੰਜਾਬ ਨੂੰ ਜੇ ਇੰਨਾ ਸਾਰੇ ਪਾਸੇ ਇਹ ਕਬਜ਼ਾ ਕਰ ਰਹੇ ਆ ਤਾਂ ਪੰਜਾਬ ਨੂੰ ਵੀ ਜ਼ਰੂਰ ਜਿੱਤਣ ਦੀ ਕੋਸ਼ਿਸ਼ ਕਰਨਗੇ। ਤਾਂ ਇਸੇ ਕਰਕੇ ਦੇਖੋ ਉਹਨਾਂ ਕੋਲੇ ਆਧੁਨਿਕ ਹਥਿਆਰ ਸੀਗੇ, ਅੰਗਰੇਜ਼ਾਂ ਕੋਲੇ ਪੈਸਾ ਸੀਗਾ, ਤੇ ਇਸ ਕਰਕੇ ਮਜਬੂਰਨ ਵਸ ਜਿਹੜੀ ਹੈਗੀ ਆ ਜੀ 1809 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸੰਧੀ ਕਰਨੀ ਪੈ ਗਈ। ਇਹ ਸੰਧੀ ਕਿਹੜੀ ਸੀਗੀ, ਜਿਹਨੂੰ ਕਹਿੰਦੇ ਹੁੰਦੇ ਆ ਜੀ ਅੰਮ੍ਰਿਤਸਰ ਦੀ ਸੰਧੀ। ਇਹ 1809 ਦੇ ਵਿੱਚ ਹੋਈ ਸੀ। ਕਈ ਵਾਰੀ ਡੇਟ ਪੁੱਛ ਲੈਂਦੇ ਆ ਤੁਹਾਡੇ ਕੋਲੋਂ, ਐਗਜ਼ਾਮੀਨਰ ਪੁੱਛਦਾ ਕਦੋਂ ਹੋਈ ਸੀਗੀ ਜੀ, 1809 ਦੇ ਵਿੱਚ ਹੋਈ ਸੀਗੀ। ਜਿਹਦੇ ਵਿੱਚ ਕੀ ਹੈ ਜੀ, ਮਹਾਰਾਜਾ ਰਣਜੀਤ ਸਿੰਘ ਜੀ ਇੱਕ ਪਾਸੇ ਨੇ ਤੇ ਦੂਜੇ ਪਾਸੇ ਕੌਣ ਨੇ, ਅੰਗਰੇਜ਼ ਜਿਹੜੀ ਈਸਟ ਇੰਡੀਆ ਕੰਪਨੀ ਸੀਗੀ, ਠੀਕ ਹੈ ਜੀ। ਤਾਂ ਇਹਨਾਂ ਨੇ ਕੀ ਕੀਤਾ ਜੀ, ਮਹਾਰਾਜਾ ਰਣਜੀਤ ਸਿੰਘ ਜੀ ਦੇ ਕਦਮ ਰੋਕਤੇ, ਜਿਹੜੇ ਜਿੱਤ ਵੱਧ ਰਹੀ ਸੀਗੀ, ਚਾਰੇ ਪਾਸੇ ਇਹਨਾਂ ਦੇ ਇਲਾਕਿਆਂ ਦੇ ਕਬਜ਼ਾ ਕਰ ਰਹੇ ਸੀ ਮਹਾਰਾਜਾ ਰਣਜੀਤ ਸਿੰਘ ਜੀ। ਇਹ ਥੋੜਾ ਜਿਹਾ ਕੀ ਹੋ ਗਿਆ, ਘੱਟ ਹੋ ਗਿਆ ਕੰਮ, ਫਲੋ ਕੀ ਹੋ ਗਿਆ, ਡਾਊਨ ਹੋ ਗਿਆ ਜਿੱਤਾਂ ਦਾ, ਠੀਕ ਹੈ। ਬਟ ਕਹਿੰਦਾ ਜੀ ਉਹਨਾਂ ਨੇ ਚਾਰੇ ਪਾਸੇ ਤੋਂ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਕੀਤਾ, ਬੰਨ ਕੇ ਰੱਖ ਲਿਆ। ਤੇ ਇਹਦੇ ਵਿੱਚ ਕੀ ਕਹਿੰਦਾ ਜੀ, ਇੱਕ ਤ੍ਰਿਪੱਖੀ ਸੰਧੀ ਹੋਈ। ਤ੍ਰਿਪੱਖੀ ਸੰਧੀ ਮਤਲਬ ਹੁੰਦਾ ਜਦੋਂ ਤਿੰਨ ਬੰਦੇ ਹੋਣ। ਤਾਂ ਕਹਿੰਦਾ ਜੀ 1838 ਦੇ ਵਿੱਚ ਇੱਕ ਤ੍ਰਿਪੱਖੀ ਸੰਧੀ ਕਿਹੜੀ ਹੋਈ ਹੈ ਜੀ, ਇੱਕ ਸ਼ਾਹ ਸੂਜਾ ਜਿਹੜਾ ਹੈਗਾ, ਠੀਕ ਹੈ ਜੀ, ਇੱਕ ਅੰਗਰੇਜ਼ ਤੇ ਇੱਕ ਮਹਾਰਾਜਾ ਰਣਜੀਤ ਸਿੰਘ, ਠੀਕ ਹੈ ਜੀ। ਇਹਦੇ ਵਿੱਚ ਸੰਧੀ ਦੇ ਵਿੱਚ ਕਿਹਾ ਗਿਆ ਕਿ ਉਹਨੂੰ ਕਾਬੁਲ ਦਾ ਰਾਜਾ ਬਣਾਇਆ ਜਾਵੇ, ਸ਼ਾਹ ਸੂਜਾ ਨੂੰ, ਠੀਕ ਹੈ ਜੀ, ਤੇ ਉਹਨੂੰ ਉਹਦਾ ਭਾਗ ਵਾਪਸ ਦਿੱਤਾ ਜਾਵੇ। ਤਾਂ ਉਹਨੂੰ ਬਣਾਇਆ ਗਿਆ ਅੰਗਰੇਜ਼ਾਂ ਦੀ ਮਦਦ ਦੇ ਨਾਲ ਵਾਪਸ, ਠੀਕ ਹੈ ਜੀ, ਸ਼ਾਹ ਸੂਜਾ ਨੂੰ। ਤਾਂ ਕਾਬੁਲ ਦਾ ਰਾਜਾ ਬਣ ਗਿਆ ਉਹ। ਤਾਂ ਅੱਗੇ ਗੱਲ ਕਰਦੇ ਹਾਂ ਜੀ, ਕਹਿਣ ਦਾ ਭਾਵ ਇੱਥੇ ਕੀ ਹੈ, ਕੰਮ ਥੋੜਾ ਜਿਹਾ ਠੰਡਾ ਹੋ ਗਿਆ ਤੇ ਇੱਥੇ ਅੰਮ੍ਰਿਤਸਰ ਦੀ ਸੰਧੀ ਹੋ ਗਈ ਹੈ। ਲੇਕਿਨ ਅੱਗੇ ਜਾ ਕੇ ਦੇਖਾਂਗੇ ਵੀ ਇਹ ਸੰਧੀ ਟੁੱਟ ਜਾਂਦੀ ਹੈ। ਤੋੜਦੇ ਵੀ ਕੌਣ ਨੇ, ਅੰਗਰੇਜ਼ ਹੀ ਤੋੜਦੇ ਨੇ। ਤੁਹਾਨੂੰ ਪਤਾ ਅੰਗਰੇਜ਼ ਆਪਣੀ ਚਾਲਾਂ ਤੋਂ ਬਾਜ਼ ਨਹੀਂ ਆਉਂਦੇ ਸੀਗੇ। ਤਾਂ ਚਲੋ ਜੀ ਆਪਾਂ ਅੱਗੇ ਪੜ੍ਹਦੇ ਹਾਂ। ਅੱਗੇ ਕੀ ਕਹਿੰਦੇ ਆ ਜੀ, ਕਹਿੰਦੇ ਜੀ ਆਪਾਂ ਜੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਿਹੜੇ ਜੀਵਨੀ ਆ ਉੱਤੇ ਥੋੜਾ ਜਿਹਾ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਆ। ਇਹ ਝਾਤ ਪਾਉਣੀ ਬਹੁਤ ਜ਼ਰੂਰੀ ਹੈ, ਕਿਉਂਕਿ ਆਪਣੇ ਮਨਾਂ ਦੇ ਵਿੱਚ ਬਹੁਤ ਸ਼ੰਕੇ ਨੇ, ਬਹੁਤ ਲੋਕ ਸ਼ੰਕਾ ਫੈਲਾਉਣ ਦੀ ਕੋਸ਼ਿਸ਼ ਵੀ ਕਰਦੇ ਨੇ, ਠੀਕ ਹੈ ਜੀ, ਉਹਨਾਂ ਦੇ ਬਾਰੇ। ਤਾਂ ਕਹਿੰਦੇ ਜੀ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਸਮਰਪਿਤ ਸਿੱਖ ਸੀਗੇ ਤੇ ਉਹ ਆਪਣੇ ਆਪਣੇ ਆਪ ਨੂੰ ਗੁਰੂ ਦਾ ਸੇਵਕ ਸਮਝਦੇ ਸੀਗੇ। ਤਾਂ ਤੁਹਾਨੂੰ ਸ਼ਾਇਦ ਪਤਾ ਹੋਵੇ ਉਹਨਾਂ ਨੇ ਹਰੇਕ ਧਾਰਮਿਕ ਸਥਾਨਾਂ ਤੇ ਕੀ ਕੀਤਾ ਜੀ, ਬਹੁਤ ਮਾਇਆ ਤੇ ਹੋਰ ਸਾਧਨਾਂ ਦਾ ਵੱਡਾ ਦਾਨ ਕੀਤਾ ਸੀਗਾ ਜੀ। ਹਰਿਮੰਦਰ ਸਾਹਿਬ ਦੀਆਂ ਜਿਹੜੀਆਂ ਕੰਧਾਂ ਹੈਗੀਆਂ ਰਾਜੇ, ਉੱਤੇ ਸੋਨੇ ਦੀਆਂ ਜਿਹੜੀਆਂ ਪਲੇਟਾਂ ਲੱਗੀਆਂ, ਉਹ ਵੀ ਮਹਾਰਾਜਾ ਰਣਜੀਤ ਸਿੰਘ ਤੇ ਉਹਨਾਂ ਦੀ ਸੱਸ ਜਿਹੜੀ ਹੈਗੀ ਰਾਣਾ ਸਦਾ ਕੌਰ ਨੇ, ਉਹਨਾਂ ਨੇ ਸੇਵਾ ਕਰਵਾਈ ਸੀ। ਜੇ ਤੁਸੀਂ ਜਾਓ ਕਦੇ ਅੰਮ੍ਰਿਤਸਰ, ਜਿੱਥੇ ਤੁਸੀਂ ਐਂਟਰ ਕਰਦੇ ਹੋ ਗੇਟ ਦੇ ਉੱਪਰ ਲਿਖਿਆ ਹੋਇਆ ਭਾਈ, ਠੀਕ ਹੈ ਜੀ, ਜਿਹੜੀ ਇਹ ਸੇਵਾ ਕਰਵਾਈ ਹੈ ਇਹ ਆਪ ਜੀ ਨੇ ਆਪਣੇ ਦਾਸ ਪਾਸੋਂ, ਠੀਕ ਹੈ, ਦਾਸ ਪਾਸੋਂ। ਦੇਖੋ ਨਿਮਰਤਾ ਨਾਲ ਇੱਥੇ ਵਰਡ ਲਿਖੇ ਗਏ ਆ। ਤਾਂ ਮਹਾਰਾਜਾ ਰਣਜੀਤ ਸਿੰਘ ਨੇ ਇਹ ਲਿਖਿਆ ਵੀ ਸੇਵਾ ਕਰਾਉਣ ਵਾਲਾ ਵੀ ਤੂੰ ਹੀ ਹੈ। ਤਾਂ ਪਰਮਾਤਮਾ ਨੂੰ ਬਹੁਤ ਮੰਨਦੇ ਸੀਗੇ, ਹਨਾ। ਤੇ ਅੱਗੇ ਗੱਲ ਕਰਦੇ ਆ ਜੀ, ਜੇ ਆਪਾਂ ਗੱਲ ਕਰੀਏ, ਉਹਨਾਂ ਨੇ ਇਕੱਲਾ ਸਿੱਖਾਂ ਦੇ ਵਾਸਤੇ ਨਹੀਂ ਕੀਤਾ ਜੀ, ਉਹਨਾਂ ਨੇ ਹਿੰਦੂ ਮੰਦਿਰਾਂ ਜਿਵੇਂ ਕਿ ਬਨਾਰਸ ਦੇ ਵਿੱਚ ਵਿਸ਼ਵਾਨਾਥ ਮੰਦਿਰ ਹੈ, ਜਵਾਲਾਮੁਖੀ ਮੰਦਿਰ ਹੈ, ਹਿਮਾਚਲ ਦੇ ਵਿੱਚ ਕਾਂਗੜਾ ਮੰਦਿਰ ਨੂੰ ਵੀ ਭਾਰੀ ਮਾਤਰਾ ਵਿੱਚ ਸੋਨਾ ਦਿੱਤਾ। ਤਾਂ ਇਸ ਤੋਂ ਆਪਾਂ ਕੀ ਸਮਝਦੇ ਹਾਂ ਕਿ ਉਹ ਇੱਕ ਧਰਮ ਨਿਰਪੱਖ ਹੋਣ ਦਾ ਵੀ ਪ੍ਰਗਟਾਵਾ ਕਰਦੇ ਆ। ਇਕੱਲਾ ਇਹ ਨਹੀਂ ਕਿ ਜੇ ਉਹ ਸਰਦਾਰ ਨੇ, ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਨੇ, ਤਾਂ ਸਿੱਖਾਂ ਨੂੰ ਹੀ ਉਹਨਾਂ ਨੇ ਸੋਨੇ ਦੀ ਜਾਂ ਕਿਤੇ ਹੋਰ ਸੇਵਾ ਭੇਂਟ ਕੀਤੀ। ਬਟ ਉਹਨਾਂ ਨੇ ਨਾਲ ਦੀ ਨਾਲ, ਜਿਵੇਂ ਉਹਨਾਂ ਦੇ ਜਿਹੜੀ ਉਹਨਾਂ ਦੀ ਪ੍ਰਜਾ ਸੀਗੀ, ਉਹਦੇ ਵਿੱਚ ਹਰ ਇੱਕ ਧਰਮ ਜਾਤੀ ਦੇ ਲੋਕ ਸੀਗੇ, ਤਾਂ ਹਰੇਕ ਧਰਮ ਨਾਲ ਉਹ ਪਿਆਰ ਕਰਦੇ ਸੀਗੇ। ਤਾਂ ਅੱਗੇ ਗੱਲ ਕਰੀਏ ਜੀ, ਇਸ ਤੋਂ ਇਲਾਵਾ ਜਿਹੜੇ ਦੋ ਸਿੱਖ ਗੁਰਦੁਆਰਾ ਸਾਹਿਬ ਨੇ ਜਿਹੜੇ ਕਿ ਆਪ ਜੀ ਨੇ ਬਣਵਾਏ ਆ ਜੀ, ਇੱਕ ਹੈਗਾ ਤਖਤ ਸ੍ਰੀ ਪਟਨਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ, ਤੇ ਤਖਤ ਸ੍ਰੀ ਹਜੂਰ ਸਾਹਿਬ ਨੰਦੇੜ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਡੈਥ ਹੋਈ ਸੀਗੀ, ਜੋਤੀ ਜੋਤ ਸਮਾਏ ਸੀਗੇ। ਤਾਂ ਪੁੱਛਿਆ ਜਾਂਦਾ ਹੁੰਦਾ ਹੈ ਵੀ ਕਿਹੜੇ ਦੋ ਗੁਰਦੁਆਰਾ ਸਾਹਿਬ ਜਾਂ ਕਿਹੜੇ ਦੋ ਤਖਤ ਹੈਗੇ ਜਿਹੜੇ ਪੰਜਾਬ ਤੋਂ ਬਾਹਰ ਨੇ ਰਾਜੇ। ਇਹ ਦੋ ਤਖਤ ਨੇ ਜਿਹੜੇ ਪੰਜਾਬ ਤੋਂ ਬਾਹਰ ਨੇ, ਤਖਤ ਸ੍ਰੀ ਪਟਨਾ ਸਾਹਿਬ ਤੇ ਤਖਤ ਸ੍ਰੀ ਹਜੂਰ ਸਾਹਿਬ। ਤਾਂ ਬਣਾਏ ਕਿਹਨੇ ਨੇ ਇਹ ਵੀ ਪੁੱਛਿਆ ਜਾਂਦਾ ਹੁੰਦਾ। ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਣਾਏ ਨੇ। ਕਿਹੜੇ ਨੇ ਉਹ ਤਖਤ ਸ੍ਰੀ ਪਟਨਾ ਸਾਹਿਬ ਤੇ ਹਜੂਰ ਸਾਹਿਬ? ਤੇ ਇਹ ਪੁੱਛ ਲੈਂਦੇ ਨੇ ਜਿਹੜਾ ਹਜੂਰ ਸਾਹਿਬ ਹੈ, ਗੁਰਦੁਆਰਾ ਸਾਹਿਬ ਹੈ, ਕਿਹੜੀ ਨਦੀ ਦੇ ਉੱਪਰ ਹੈ? ਤਾਂ ਇਹ ਗੋਦਾਵਰੀ ਨਦੀ ਦੇ ਉੱਪਰ ਸਥਿਤ ਹੈ, ਠੀਕ ਹੈ ਜੀ। ਇਹ ਪੁੱਛ ਲੈਂਦੇ ਹੁੰਦੇ ਆ, ਤਾਂ ਨੋਟ ਕਰ ਲਿਓ। ਅੱਗੇ ਚੱਲਦੇ ਹਾਂ ਜੀ ਆਪਾਂ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਜੀ, ਕਹਿੰਦੇ ਜੀ ਉਹ ਆਪਣੇ ਆਪ ਨੂੰ ਗੁਰੂ ਘਰ ਦਾ ਕੀ ਹੈ, ਇੱਕ ਨਿਮਾਣਾ ਜਾਂ ਸੇਵਕ ਮੰਨਦੇ ਸੀਗੇ। ਤੁਹਾਨੂੰ ਮੈਂ ਦੱਸਿਆ ਵਰਡਿੰਗ ਚਾਹੇ ਤੁਸੀਂ ਚੈੱਕ ਕਰ ਸਕਦੇ ਹੋ ਜਾ ਕੇ ਦਰਬਾਰ ਸਾਹਿਬ। ਤੇ ਕਹਿੰਦੇ ਜੀ ਇਹਨਾਂ ਨੇ ਆਪਣੇ ਆਪ ਨੂੰ ਸਰਕਾਰ ਕਹਿਣ ਤੋਂ ਰੋਕਿਆ ਸੀਗਾ ਕਿ ਉੱਥੇ ਸਤਿਕਾਰ ਵਜੋਂ ਲੋਕ ਸਰਕਾਰ ਕਹਿੰਦੇ ਸੀ ਆਪ ਜੀ ਨੂੰ, ਪਰ ਇਹਨਾਂ ਨੇ ਕਿਹਾ ਵੀ ਮੇਰੇ ਨਾਮ ਦੇ ਨਾਲ ਸਰਕਾਰ ਵਰਡ ਨਾ ਯੂਜ਼ ਕੀਤਾ ਜਾਵੇ, ਸਰਕਾਰ ਵਰਡ ਨਾ ਬੋਲਿਆ ਜਾਵੇ। ਤਾਂ ਇਹਨਾਂ ਨੇ ਕਹਿੰਦੇ ਜੀ ਆਪਣੇ ਜਿਹੜੇ ਅਸਲੀ ਬਾਦਸ਼ਾਹ ਕੌਣ ਨੇ, ਆਪਣੇ ਗੁਰੂ, ਠੀਕ ਹੈ ਜੀ, ਆਪਣੇ ਅਸਲੀ ਬਾਦਸ਼ਾਹ ਨੇ ਉਹਨਾਂ ਦੇ ਨਾਮ ਦੇ ਸਿੱਕੇ ਚਲਾਏ ਸੀ, ਜਿਹਨੂੰ ਆਪਾਂ ਨਾਨਕਸ਼ਾਹੀ ਸਿੱਕੇ ਵੀ ਕਹਿੰਦੇ ਆ, ਠੀਕ ਹੈ ਜੀ। ਉਹ ਸਿੱਕਿਆਂ ਦੇ ਉੱਪਰ ਕਹਿੰਦਾ ਗੁਰੂ ਦੀ ਮੋਹਰ ਮਤਲਬ ਕਿ ਉਕਰਵਾਈ ਸੀਗੀ। ਉਕਰਵਾਈ ਦਾ ਮਤਲਬ ਹੁੰਦਾ ਕਿ ਉਹਦੇ ਉੱਪਰ ਲਿਖਵਾਈ ਗਈ ਸੀਗੀ। ਉਹ ਮੋਹਰ ਕੀ ਸੀਗੀ ਰਾਜੇ? ਉਹ ਮੋਹਰ ਸੀਗੀ ਦੇਗ ਵੈ ਤੇਗ ਫਤਿਹ ਨਸ਼ਰਤ ਬੇਦਰੰਗ, ਠੀਕ ਹੈ ਜੀ, ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਇਹਦਾ ਕਹਿਣ ਦਾ ਭਾਵ, ਇਸ ਦਾ ਮਤਲਬ ਕੀ ਹੈ? ਇਸ ਦਾ ਮਤਲਬ ਹੈਗਾ, ਕਹਿੰਦੇ ਜਿਹੜੀ ਦੇਗ ਹੁੰਦੀ ਹੈ, ਦੇਗ ਦਾ ਮਤਲਬ ਹੁੰਦਾ
ਲੰਗਰ ਲੰਗਰ ਕੀ ਜਿਹੜਾ ਹੁੰਦਾ ਗਰੀਬਾਂ ਦੇ ਢਿੱਡ ਭਰਨ ਦਾ ਚਿੰਨ੍ਹ ਹੈ। ਕਹਿੰਦੇ ਜੀ ਤੇਗ ਤੇਗ ਹੁੰਦਾ ਜੀ ਤਲਵਾਰ ਕਿਰਪਾਨ, ਠੀਕ ਹੈ ਜੀ, ਜਿਹੜੀ ਕਿ ਬੇਸਹਾਰਿਆਂ ਦੀ ਸੁਰੱਖਿਆ ਵਾਸਤੇ ਇੱਕ ਸ਼ਕਤੀ ਦਾ ਪ੍ਰਤੀਕ ਹੈ। ਠੀਕ ਹੈ ਜੀ, ਤਾਂ ਕਲੀਅਰ ਹੈ। ਤਾਂ ਇਸ ਤੋਂ ਇਲਾਵਾ ਕਹਿੰਦੇ ਜੀ ਇਸੇ ਕਰਕੇ ਕਹਿੰਦਾ ਮਹਾਰਾਜਾ ਜੀ ਨੇ ਦੋ ਰਾਜਧਾਨੀਆਂ ਬਣਾਈਆਂ ਸੀਗੀਆਂ। ਜੇ ਆਪਾਂ ਗੱਲ ਕਰੀਏ ਰਾਜ ਭਾਗ ਵਾਸਤੇ, ਦੁਨਿਆਵੀ ਪ੍ਰਸ਼ਾਸਨ ਵਾਸਤੇ, ਠੀਕ ਹੈ, ਰਾਜਨੀਤੀ ਵਾਸਤੇ ਉਹਨਾਂ ਦੀ ਜਿਹੜੀ ਰਾਜਨੀਤਿਕ ਰਾਜਧਾਨੀ ਸੀਗੀ ਲਾਹੌਰ ਸੀਗੀ। ਬਟ ਜੇ ਆਪਾਂ ਧਾਰਮਿਕ ਆਸਥਾ ਦੀ ਗੱਲ ਕਰੀਏ, ਸਾਂਝੀਵਾਲਤਾ ਦੀ ਗੱਲ ਕਰੀਏ, ਭਾਈਚਾਰੇ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਵਿਖੇ ਉਹਨਾਂ ਦੀ ਰਾਜਧਾਨੀ ਬਣਾਈ ਸੀਗੀ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਆਪਾਂ ਜੀ। ਇਸ ਤੋਂ ਬਾਅਦ ਜਿਹੜੀ ਸੰਧੀ ਹੋਈ ਹੈ ਰਾਜੇ, ਕਹਿੰਦੇ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਇਤਿਹਾਸ ਦੇ ਵਿੱਚ ਅੰਮ੍ਰਿਤਸਰ ਦੀ ਸੰਧੀ ਦਾ ਵਿਸ਼ੇਸ਼ ਸਥਾਨ ਹੈ। ਅੰਮ੍ਰਿਤਸਰ ਦੀ ਜਿਹੜੀ ਸੰਧੀ ਹੋਈ ਸੀ 1809 ਦੇ ਵਿੱਚ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਵਿਚਕਾਰ ਹੋਈ ਸੀਗੀ। ਆਹ ਸੰਧੀ ਹੋਈ ਹੈ ਭਾਈ। ਇਹ ਸੰਧੀ ਦੇ ਵਿੱਚ ਦੇਖੋ ਜਿਵੇਂ ਦਸਤਖਤ ਕਰ ਰਹੇ ਨੇ ਉਹ, ਠੀਕ ਹੈ, ਮੋਹਰ ਲਗਾ ਰਹੇ ਨੇ, ਠੀਕ ਹੈ, ਆਪਣੀ, ਤੇ ਇਹ ਮਜਬੂਰਨ ਵਸ ਕਰਨੀ ਪਈ ਸੀ ਇਹਨਾਂ ਨੂੰ। ਠੀਕ ਹੈ ਜੀ, ਤੇ ਇਹ ਸੰਧੀ ਦੇ ਵਿੱਚ ਕੀ ਹੋਇਆ ਸੀ ਫੈਸਲਾ ਵੀ ਦੋਵਾਂ ਧਿਰਾਂ ਨੇ ਇੱਕ ਦੂਜੇ ਪ੍ਰਤੀ ਕੀ ਕਰਨਾ, ਦੋਸਤਾਨਾ ਸੰਬੰਧ ਬਣਾ ਕੇ ਰੱਖਣਾ, ਲੜਨਾ ਨਹੀਂ। ਠੀਕ ਹੈ ਜੀ, ਤੇ ਦੂਜਾ ਕਹਿੰਦੇ ਜਿਹੜੇ ਅੰਗਰੇਜ਼ ਹਕੂਮਤ ਨੇ ਕਿਹਾ ਜੀ ਜਿਹੜੇ ਸਤਲੁਜ ਦਰਿਆ ਹੈ ਉਹਦੇ ਉੱਤਰ ਪੱਛਮ ਦੇ ਵਿੱਚ ਜਿਹੜਾ ਸਥਿਤ ਹੈ ਮਹਾਰਾਜਾ ਰਣਜੀਤ ਸਿੰਘ ਜੀ ਦਾ ਅਧਿਕਾਰ ਖੇਤਰ, ਉਹਦੇ ਇਲਾਕਿਆਂ ਦੇ ਵਿੱਚ ਕਿਸੇ ਕਿਸਮ ਦੀ ਰੁਕਾਵਟ ਪੈਦਾ ਨਹੀਂ ਕਰਨਗੇ ਅੰਗਰੇਜ਼। ਤੇ ਦੂਜੇ ਪਾਸੇ ਕਿਹਾ ਗਿਆ, ਦੂਜੇ ਪਾਸੇ ਕੀ ਕਿਹਾ ਗਿਆ, ਦੂਜੇ ਪਾਸੇ ਇਹ ਕਿਹਾ ਗਿਆ ਜੀ ਜਿਹੜਾ ਸਤਲੁਜ ਦਰਿਆ ਦੇ ਕੰਢੇ ਜਿਹੜਾ ਲੋੜ ਤੋਂ ਵੱਧ ਸੈਨਾ ਨਾ ਰੱਖੇ ਮਹਾਰਾਜਾ ਰਣਜੀਤ ਸਿੰਘ। ਇਹ ਅੰਗਰੇਜ਼ਾਂ ਨੂੰ ਡਰ ਸੀਗਾ ਵੀ ਜੇ ਉਹ ਲੋੜ ਤੋਂ ਵੱਧ ਸੈਨਾ ਰੱਖਣਗੇ ਤਾਂ ਸਾਡੇ ਤੇ ਹਮਲਾ ਕਰ ਸਕਦੇ ਨੇ। ਤਾਂ ਕਹਿਣ ਦਾ ਮਤਲਬ ਕਿ ਦੋਨੇ ਪਾਸੇ ਕੀ ਹੋ ਗਏ, ਹੱਥ ਬੰਨੇ ਗਏ। ਤਾਂ ਕਹਿੰਦੇ ਜੀ ਕਿਸੇ ਕਿਸਮ ਦੀ ਸ਼ਰਤ ਦੀ ਜੇ ਲੰਘਣਾ ਹੋਊਗੀ ਤਾਂ ਸੰਧੀ ਨੂੰ ਕੀ ਸਮਝਿਆ ਜਾਊਗਾ, ਰੱਦ ਸਮਝਿਆ ਜਾਊਗਾ। ਜਦ ਕਿ ਬਾਅਦ ਦੇ ਵਿੱਚ ਅੰਗਰੇਜ਼ਾਂ ਨੇ ਹੀ ਇਹ ਕੀ ਕੀਤੀ ਸੀ, ਤੋੜਤੀ ਸੀਗੀ। ਤਾਂ ਗੱਲ ਕਰਦੇ ਹਾਂ ਜੀ ਆਪਾਂ, ਜੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਗੱਲ ਕਰੀਏ, ਉਹ ਬਹੁਤ ਹੀ ਸਧਾਰਨ ਤੌਰ ਤੇ ਚਿੱਟੇ ਰੰਗ ਦੇ ਪੋਸ਼ਾਕ ਪਾਉਂਦੇ ਸੀਗੇ, ਸਿੰਪਲ, ਠੀਕ ਹੈ, ਕੋਈ ਜ਼ਿਆਦਾ ਮੁਕਟ ਵਗੈਰਾ ਧਾਰਨ ਨਹੀਂ ਕਰਦੇ ਸੀ, ਜ਼ਿਆਦਾ ਗਹਿਣੇ ਨਹੀਂ ਪਾਉਂਦੇ ਸੀਗੇ। ਹਾਂ, ਇੱਕ ਉਹ ਮੋਤੀਆਂ ਦੀ ਮਾਲਾ ਜ਼ਰੂਰ ਪਾਉਂਦੇ ਸੀ, ਤੇ ਬਟ ਕਿਸੇ ਖਾਸ ਮੌਕੇ ਤੇ ਹੀਰਾ ਕੋਹਿਨੂਰ, ਹੀਰਾ ਕੋਹਿਨੂਰ ਪਾਉਂਦੇ ਸੀਗੇ। ਤਾਂ ਕੋਹਿਨੂਰ ਦਾ ਜ਼ਿਕਰ ਆਇਆ ਭਾਈ, ਕੋਹਿਨੂਰ ਦੀ ਗੱਲ ਆਪਾਂ ਜ਼ਰੂਰ ਕਰਾਂਗੇ ਅੱਗੇ ਜਾ ਕੇ, ਕਿਉਂਕਿ ਕੋਹਿਨੂਰ ਤੋਂ ਵੀ ਕੁਐਸਚਨ ਆ ਜਾਂਦਾ ਹੁੰਦਾ। ਤਾਂ ਗੱਲ ਕਰੀਏ ਜੀ, ਕਹਿੰਦੇ ਜੀ ਮਹਾਰਾਜਾ ਰਣਜੀਤ ਸਿੰਘ ਜੀ ਅਗਰ ਆਪਾਂ ਗੱਲ ਕਰੀਏ ਉਸ ਟਾਈਮ ਤੇ ਜਿੰਨੇ ਵੀ ਭਾਰਤੀ ਨੇਤਾ ਹੋਏ ਨੇ ਜਾਂ ਜਿੰਨੇ ਵੀ ਰਾਜੇ ਹੋਏ ਨੇ, ਉਹਨਾਂ ਦੇ ਵਿੱਚੋਂ ਰਣਜੀਤ ਸਿੰਘ ਜੀ ਇੱਕ ਆਜ਼ਾਦ ਵਿਚਾਰਾਂ ਦੇ ਉੱਚ ਸੋਚ ਦੇ ਮਾਲਕ ਸੀਗੇ। ਕਿਉਂਕਿ ਉਹ ਕੀ ਸੀਗੇ, ਧਰਮ ਨਿਰਪੱਖ ਸੀਗੇ। ਹਰੇਕ ਚੀਜ਼ ਦੇ ਵਿੱਚ ਕੀ ਸੀਗੇ, ਉਹ ਬਹੁਤ ਉੱਚੀ ਸੋਚ ਦੇ ਮਾਲਕ ਸੀਗੇ। ਉਹ ਖੁਦ ਚਾਹੇ ਪੜ੍ਹੇ ਲਿਖੇ ਨਹੀਂ ਸੀਗੇ, ਪਰ ਉਹਨਾਂ ਦੇ ਰਾਜ ਭਾਗ ਦੇ ਵਿੱਚ ਜਿਹੜਾ ਐਜੂਕੇਸ਼ਨ ਸਿਸਟਮ ਇੰਨਾ ਸਟਰੋਂਗ ਸੀਗਾ ਕਿ ਹਰੇਕ ਗੁਰਦੁਆਰਾ, ਮੰਦਿਰ, ਮਸਜਿਦ ਦੇ ਨਾਲ ਕੀ ਹੁੰਦਾ ਸੀਗਾ, ਇੱਕ ਸਕੂਲ ਹੁੰਦਾ ਸੀ, ਤਾਂ ਜੋ ਹਰ ਇੱਕ ਬੰਦਾ ਕੀ ਹੋਵੇ, ਐਜੂਕੇਟਿਡ ਵੀ ਹੋਵੇ, ਤੇ ਪਲੱਸ ਜੇ ਕੋਈ ਫੌਜ ਦੇ ਵਿੱਚ ਭਰਤੀ ਹੋ ਰਿਹਾ ਤਾਂ ਉਹਨੂੰ ਵੀ ਟ੍ਰੇਨਿੰਗ ਬੜੀ ਉੱਚ ਕੋਟੀ ਦੀ ਦਿੱਤੀ ਜਾਂਦੀ ਸੀਗੀ। ਠੀਕ ਹੈ ਜੀ, ਤਾਂ ਕਹਿਣ ਦਾ ਮਤਲਬ ਉਹਨਾਂ ਨੂੰ ਅੱਜ ਵੀ ਆਪਾਂ ਯਾਦ ਕਰਦੇ ਹਾਂ, ਅੱਜ ਵੀ ਆਪਾਂ ਉਹਨਾਂ ਦਾ ਰਾਜ ਭਾਗ ਯਾਦ ਕਰਦੇ ਹਾਂ। ਤਾਂ ਅੱਗੇ ਗੱਲ ਕਰਦੇ ਹਾਂ ਜੀ, ਉਹਨਾਂ ਦਾ ਜਿਹੜਾ ਰਾਜ ਭਾਗ ਸੀਗਾ ਉਹਨੂੰ ਆਪਾਂ ਅਗਰ ਚਾਰ ਭਾਗਾਂ 'ਚ ਵੰਡੀਏ ਤਾਂ ਲਾਹੌਰ, ਮੁਲਤਾਨ, ਕਸ਼ਮੀਰ ਤੇ ਪਸ਼ਾਵਰ ਦੇ ਵਿੱਚ ਵੰਡਿਆ ਗਿਆ। ਤੇ ਇਹਨਾਂ ਰਿਆਸਤਾਂ ਦੇ ਵਿੱਚ ਕੀ ਸੀਗਾ ਜੀ, ਇੱਕ ਮੁਖੀ ਨਿਜ਼ਾਮ ਨੂੰ ਥਾਪਿਆ ਜਾਂਦਾ ਸੀ ਜਿਹਦੀ ਸਹਾਇਤਾ ਵਾਸਤੇ ਅੱਗੇ ਫਰਦਰ ਕਲੈਕਟਰ ਤੇ ਜ਼ਿਲ੍ਹੇਦਾਰ ਹੁੰਦੇ ਸੀਗੇ। ਕਹਿਣ ਦਾ ਮਤਲਬ ਮੇਨ ਹੈੱਡ ਜਿਹੜਾ ਹੁੰਦਾ ਸੀ ਨਿਜ਼ਾਮ ਕਹਿੰਦੇ ਸੀਗੇ, ਤੇ ਕਲੈਕਟਰ ਤੇ ਜ਼ਿਲ੍ਹੇਦਾਰ ਕੀ ਹੁੰਦੇ ਸੀ, ਉਹਦੇ ਸਹਾਇਤਾ ਕਰਨ ਵਾਲੇ ਕਰਮਚਾਰੀ ਹੁੰਦੇ ਸੀਗੇ। ਅੱਗੇ ਗੱਲ ਕਰਦੇ ਆ ਜੀ ਕੋਹਿਨੂਰ ਹੀਰਾ ਜੀ। ਕੋਹਿਨੂਰ ਹੀਰਾ ਤੁਹਾਨੂੰ ਪਤਾ ਇਸ ਟਾਈਮ ਤੇ ਇੰਗਲੈਂਡ ਦੀ ਰਾਣੀ ਕੋਲੇ ਹੈ, ਠੀਕ ਹੈ, ਉਹਦੇ ਮੁਕਟ ਦੇ ਵਿੱਚ ਲਗਾਇਆ ਗਿਆ ਹੈ। ਪਰ ਹੈ ਕਿਹਦਾ ਸੀਗਾ, ਕਿਹਦੇ ਕੋਲੇ ਆਇਆ, ਕਿਵੇਂ ਗਿਆ, ਇਹ ਸਾਰਾ ਕੁਝ ਆਪਾਂ ਪੜ੍ਹਦੇ ਆ ਧਿਆਨ ਦੇ ਨਾਲ। ਇਹ ਸਾਰਾ ਕੁਝ ਪੜ੍ਹਨਾ ਚਾਹੀਦਾ ਕਿਉਂਕਿ ਇਹ ਆਪਣਾ ਇਤਿਹਾਸ ਹੈ ਭਾਈ। ਠੀਕ ਹੈ ਜੀ, ਤਾਂ ਕਹਿੰਦੇ ਜੀ ਕੋਹਿਨੂਰ ਕਹਿੰਦੇ ਜੀ ਇੱਕ ਬੇਸ਼ਕੀਮਤੀ ਹੀਰਾ ਹੈ ਜਿਹਨੂੰ ਨਾਦਰ ਸ਼ਾਹ ਨੇ ਕਹਿੰਦਾ 1800 ਜਿਹਨੂੰ ਨਾਦਰ ਸ਼ਾਹ ਨੇ 1739 ਈਸਵੀ ਵਿੱਚ ਦਿੱਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਕੋਲੋਂ ਖੋਲਿਆ ਸੀਗਾ। ਤਾਂ ਨਾਦਰ ਸ਼ਾਹ ਦੀ ਜਿਹੜੀ ਫੌਜ ਆ ਰਾਜੇ ਉਹਦੇ ਵਿੱਚ ਹੀ ਕੰਮ ਕਰਦਾ ਸੀਗਾ ਤੁਹਾਡਾ ਅਹਿਮਦ ਸ਼ਾਹ ਅਬਦਾਲੀ। ਠੀਕ ਹੈ ਜੀ, ਐਂ ਕਹਿ ਲਓ ਵੀ ਉਹ ਕਹਿ ਲਓ ਜਿਵੇਂ ਮੁੱਖ ਸੈਨਿਕ ਹੁੰਦਾ ਜਿਵੇਂ, ਠੀਕ ਹੈ ਜੀ, ਨਾਦਰ ਸ਼ਾਹ ਦੇ ਅੰਡਰ ਕੰਮ ਕਰਦਾ ਸੀ ਅਹਿਮਦ ਸ਼ਾਹ ਅਬਦਾਲੀ। ਉਹਦੇ ਚ ਗਾਂਹ ਜ਼ਿਕਰ ਆਊਗਾ। ਕਹਿੰਦੇ ਜੀ ਨਾਦਰ ਸ਼ਾਹ ਨੇ 1739 ਈਸਵੀ ਵਿੱਚ ਦਿੱਲੀ ਦੇ ਜਿਹੜੇ ਬਾਦਸ਼ਾਹ ਸੀਗਾ ਮੁਹੰਮਦ ਸ਼ਾਹ ਕੋਲੋਂ ਖੋਲਿਆ ਸੀਗਾ ਕੋਹਿਨੂਰ ਹੀਰਾ। ਤੇ ਇਸ ਨੂੰ ਕਹਿੰਦਾ ਕੋਹਿਨੂਰ ਅਰਥਾਤ ਰੋਸ਼ਨੀ ਦਾ ਪਰਬਤ ਕਹਿੰਦੇ ਆ। ਠੀਕ ਹੈ ਜੀ, ਇਸੇ ਨਾਮ ਤੋਂ ਜਾਣਿਆ ਜਾਂਦਾ ਹੈ। ਕੋਹਿਨੂਰ ਦਾ ਮਤਲਬ ਕੀ ਹੈ, ਰੋਸ਼ਨੀ ਦਾ ਪਰਬਤ। ਪਰ ਅੱਗੇ ਕਿਵੇਂ ਆਇਆ, ਠੀਕ ਹੈ ਜੀ, ਆਹ ਦੇਖੋ ਇਹ ਹੈਗਾ ਜੀ ਕੋਹਿਨੂਰ ਹੀਰਾ। ਇਹ ਅੱਜ ਕੱਲ ਤੁਸੀਂ ਦੇਖੋਗੇ ਭਾਈ, ਆਹ ਹੈਗਾ ਜੀ, ਦੇਖੋ ਆਹ ਲੱਗਿਆ ਹੋਇਆ। ਠੀਕ ਹੈ, ਇਹ ਹੈਗਾ ਜੀ ਇੰਗਲੈਂਡ ਦੀ ਜਿਹੜੀ ਰਾਣੀ ਹੈ, ਠੀਕ ਹੈ ਜੀ, ਉਹਦੇ ਮੁਕਟ ਦੇ ਵਿੱਚ ਲੱਗਾ ਹੋਇਆ। ਤਾਂ ਗੱਲ ਕਰਦੇ ਹਾਂ ਜੀ ਕਿਵੇਂ ਕਿਸੇ ਕੋਲੇ ਕਿਵੇਂ ਕਿਵੇਂ ਗਿਆ। ਇਹ ਪਹਿਲਾਂ ਤੁਹਾਨੂੰ ਪਤਾ ਲੱਗ ਗਿਆ ਜੀ ਨਾਦਰ ਸ਼ਾਹ ਨੇ ਕਿੱਥੋਂ ਖੋਲਿਆ ਜੀ, ਮੁਹੰਮਦ ਸ਼ਾਹ ਕੋਲੋਂ ਖੋਲਿਆ। ਤੇ ਜਦੋਂ ਨਾਦਰ ਸ਼ਾਹ ਦੀ ਮੌਤ ਹੁੰਦੀ ਹੈ ਤਾਂ ਉਹਦਾ ਜਿਹੜਾ ਪੋਤਰਾ ਹੈਗਾ, ਉਹਦੇ ਪੋਤਰੇ ਦੇ ਹੱਥੋਂ ਕੌਣ ਖੋਹ ਲੈਂਦਾ, ਅਹਿਮਦ ਸ਼ਾਹ ਅਬਦਾਲੀ। ਠੀਕ ਹੈ ਜੀ, ਤਾਂ ਅਹਿਮਦ ਸ਼ਾਹ ਅਬਦਾਲੀ ਦੇ ਹੱਥ ਦੇ ਵਿੱਚ ਆ ਜਾਂਦਾ ਹੈ। ਅਹਿਮਦ ਸ਼ਾਹ ਅਬਦਾਲੀ ਤੁਹਾਨੂੰ ਪਤਾ ਪਹਿਲੇ ਦਿਨ ਤੋਂ ਕਰਪਟ ਬੰਦਾ ਥੋੜਾ ਜਿਹਾ, ਠੀਕ ਹੈ, ਸ਼ੈਤਾਨ ਬੰਦਾ। ਤਾਂ ਇਹਨੇ ਖੋਲਿਆ। ਪਰ ਕਹਿੰਦਾ ਜਿਹੜੇ ਉਹਦੇ ਉੱਚ ਅਧਿਕਾਰੀ ਨੇ, ਠੀਕ ਹੈ ਜੀ, ਇਹ ਅਹਿਮਦ ਸ਼ਾਹ ਦਾ ਜਿਹੜਾ ਪੋਤਰਾ ਹੋਇਆ ਸ਼ਾਹ ਜਮਨ, ਤਾਂ ਉਹਦੇ ਕੋਲ ਚਲਾ ਜਾਂਦਾ ਹੈ। ਤਾਂ ਕਹਿਣ ਦਾ ਮਤਲਬ ਜਿਵੇਂ ਅਹਿਮਦ ਸ਼ਾਹ ਤੋਂ ਕਿਹਦੇ ਕੋਲ ਚਲਾ ਗਿਆ, ਉਹਦੇ ਪੋਤਰੇ ਕੋਲੇ, ਉਹਦਾ ਨਾਮ ਹੈਗਾ ਸ਼ਾਹ ਜਮਨ। ਤੇ ਸ਼ਾਹ ਜਮਨ ਕੋਲੇ ਚਲਾ ਗਿਆ ਭਾਈ। ਉਸ ਤੋਂ ਬਾਅਦ ਕਹਿੰਦਾ ਜੀ ਉਹਦਾ ਭਰਾ ਹੈਗਾ ਸ਼ਾਹ ਸ਼ੂਜਾ, ਤਾਂ ਉਹਦੇ ਕੋਲੇ ਪਹੁੰਚ ਜਾਂਦਾ ਹੈ। ਤਾਂ ਕਹਿਣ ਦਾ ਮਤਲਬ ਅੱਗੇ ਦੇ ਅੱਗੇ ਤੁਰਿਆ ਜਾ ਰਿਹਾ ਹੈ। ਤਾਂ ਕਿੱਥੇ ਪਹੁੰਚ ਗਿਆ, ਆਫਟਰ ਆਲ ਪਹੁੰਚ ਗਿਆ ਜੀ ਸ਼ਾਹ ਸ਼ੂਜਾ ਕੋਲੇ ਪਹੁੰਚ ਗਿਆ।
ਜਿਹਨੂੰ 1812 ਈਸਵੀ ਵਿੱਚ ਕਿਸੇ ਨੇ ਜੇਲ੍ਹ ਦੇ ਵਿੱਚ ਨਜ਼ਰਬੰਦ ਕਰ ਲਿਆ ਸੀਗਾ, ਤੇ ਉਹਦੀ ਪਤਨੀ ਜਿਹੜੀ ਹੈਗੀ ਆ ਵਫਾ ਬੇਗਮ, ਉਹ ਚਾਹੁੰਦੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਉਹਨੇ ਸੁਣਿਆ ਸੀਗਾ ਕਿ ਉਹ ਹਰ ਇੱਕ ਦੀ ਹੈਲਪ ਕਰਦੇ ਨੇ, ਤੇ ਉਹ ਚਾਹੁੰਦੀ ਸੀ ਕਿ ਉਹਦੇ ਪਤੀ ਦੀ ਜਾਨ ਬਚਾਈ ਜਾਵੇ, ਠੀਕ ਹੈ ਜੀ, ਕਿਉਂਕਿ ਉਹਨਾਂ ਦੇ ਆਪਸ ਵਿੱਚ ਕੋਈ ਸੀਗਾ ਰੌਲਾ ਉਹਨਾਂ ਦੇ ਆਪਦੇ ਮਤਲਬ ਕਿ ਰਾਜ ਤਖਤ ਨੂੰ ਲੈ ਕੇ। ਤਾਂ ਠੀਕ ਹੈ ਜੀ, ਉਸ ਹੀਰੇ ਨੂੰ ਬਚਾਉਣ ਦੀ ਖਾਤਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਕਿ ਜੇ ਤੂੰ ਸਾਨੂੰ ਉਹ ਹੀਰਾ ਦੇ ਦੇਗੀ ਤਾਂ ਅਸੀਂ ਤੇਰੇ ਪਤੀ ਦੀ ਜਾਨ ਬਚਾਵਾਂਗੇ। ਉਹ ਮੰਨ ਗਈ ਸੀ, ਉਹ ਕਹਿੰਦੀ ਮੇਰੇ ਪਤੀ ਦੀ ਜਾਨ ਬਚਾ ਦਿਓ ਤੇ ਹੀਰਾ ਤੁਹਾਨੂੰ ਦਿੱਤਾ ਜਾਊਗਾ। ਇਹ ਵਚਨ ਉਹਨੇ ਦਿੱਤਾ ਸੀਗਾ। ਤਾਂ ਉਸ ਟਾਈਮ ਤੇ ਵਚਨ ਬਹੁਤ ਵੱਡੀ ਚੀਜ਼ ਹੁੰਦੀ ਸੀਗੀ। ਅੱਜ ਕੱਲ੍ਹ ਵਾਂਗੂ ਨਹੀਂ ਕਿ ਮੈਂ ਕਹਿਤਾ ਹਾਂ ਮੈਂ ਆਹ ਕੰਮ ਕਰੂੰਗਾ ਤੇਰੇ ਵਾਸਤੇ, ਬਟ ਬਾਅਦ ਚ ਮੁੱਕਰ ਜਾਂਦੇ ਆ, ਠੀਕ ਹੈ। ਤਾਂ ਅੱਗੇ ਗੱਲ ਕਰਦੇ ਹਾਂ ਜੀ। ਮਹਾਰਾਜਾ ਜੀ ਨੇ ਜਦੋਂ ਜਾਨ ਬਚਾਈ ਹੈ ਸ਼ਾਹ ਸੂਜਾ ਦੀ, ਤੇ ਉਹਦੀ ਵਾਈਫ ਨੇ ਉਹ ਠੀਕ ਹੈ ਜੀ ਆਪਣਾ ਵਾਅਦਾ ਪੂਰਾ ਕਰਕੇ ਬਦਲੇ ਵਿੱਚ ਜਿਹੜਾ ਕੋਹਿਨੂਰ ਹੈ ਉਹ ਆਪਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਭੇਂਟ ਕਰਤਾ। ਤਾਂ ਚਲਾ ਗਿਆ ਜੀ, ਮਹਾਰਾਜਾ ਰਣਜੀਤ ਸਿੰਘ ਜੀ ਕੋਲੇ ਆ ਗਿਆ। ਬਟ ਆਪਾਂ ਲੇਟਰ ਆਨ ਦੇਖਾਂਗੇ ਕਿ ਉਹਨਾਂ ਦੇ ਜਿਹੜੇ ਛੋਟੇ ਪੁੱਤਰ ਨੇ ਮਹਾਰਾਜਾ ਦਲੀਪ ਸਿੰਘ, ਉਹਨਾਂ ਕੋਲੇ ਜਾਂਦਾ, ਬਟ ਉਹਨਾਂ ਨੂੰ ਅੰਗਰੇਜ਼ ਕੀ ਕਰਦੇ ਨੇ, ਵਾਪਸ ਇੰਗਲੈਂਡ ਲੈ ਕੇ ਜਾਂਦੇ ਨੇ ਉੱਥੇ, ਠੀਕ ਹੈ ਜੀ। ਜਦੋਂ 1849 ਈਸਵੀ ਦੇ ਵਿੱਚ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਦੇ ਵਿੱਚ ਮਿਲਾਇਆ ਜਾਂਦਾ ਹੈ, ਤਾਂ ਅੰਗਰੇਜ਼ਾਂ ਕੋਲੇ ਚਲਾ ਜਾਂਦਾ ਹੌਲੀ ਹੌਲੀ, ਤੇ ਅੱਜ ਤੱਕ ਅੰਗਰੇਜ਼ਾਂ ਕੋਲੇ ਹੀ ਪਿਆ ਹੈ, ਠੀਕ ਹੈ। ਤਾਂ ਅੰਗਰੇਜ਼ਾਂ ਕੋਲੇ ਯਾਨੀ ਕਿ ਇੰਗਲੈਂਡ ਦੇ ਵਿੱਚ ਹੈ। ਤਾਂ ਗੱਲ ਕਰਦੇ ਹਾਂ ਜੀ, ਕਹਿੰਦੇ ਜੀ ਮਹਾਰਾਜਾ ਰਣਜੀਤ ਸਿੰਘ ਜੀ ਅਗਰ ਫੌਜ ਦੀ ਗੱਲ ਕਰੀਏ, ਰਾਜੇ ਉਹਨਾਂ ਦੀ ਫੌਜ ਬੜੀ ਬੁਲੰਦ ਤਾਕਤ ਦੀ ਮਾਲਕ ਸੀਗੀ, ਤੇ ਜਿਹੜਾ ਲਗਾਨ ਉਹ ਇਕੱਠਾ ਕਰਦੇ ਸੀ, ਐਂ ਕਹਿ ਲਓ ਵੀ ਜਿਹੜਾ ਟੈਕਸ ਇਕੱਠਾ ਹੁੰਦਾ ਸੀ ਉਹਦਾ 1/3 ਜਿਹੜਾ ਹਿੱਸਾ ਸੀਗਾ ਸੈਨਾ ਤੇ ਖਰਚਿਆ ਜਾਂਦਾ ਸੀ। ਤਾਂ ਸੈਨਾ ਸਟਰੋਂਗ ਆ ਭਾਈ, ਡੰਡਾ ਕਾਇਮ ਆ ਤੁਹਾਡਾ, ਤਾਂ ਤੁਹਾਡੀ ਦੁਨੀਆ ਦੇ ਵਿੱਚ ਚਰਚਾ ਹੋਊਗੀ। ਜੇ ਤੁਸੀਂ ਕਾਇਮ ਨਹੀਂ ਹੈਗੇ ਤਾਂ ਫਿਰ ਔਖਾ ਹੈ ਕੰਮ, ਠੀਕ ਹੈ। ਤਾਂ 1822 ਈਸਵੀ ਵਿੱਚ ਕਹਿੰਦੇ ਜੀ ਉਹਨਾਂ ਨੇ ਆਪਣੀ ਸੈਨਾ ਦਾ ਯੂਰਪੀਅਨ ਢੰਗ ਦੇ ਨਾਲ ਕਹਿੰਦੇ ਨਵੀਨਕਰਨ ਕੀਤਾ, ਠੀਕ ਹੈ ਜੀ। ਨਵੇਂ ਢੰਗ ਨਾਲ ਉਹਨਾਂ ਨੇ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜਿਹੜੇ ਅੰਗਰੇਜ਼ ਹੈਗੇ ਆ, ਅੰਗਰੇਜ਼ ਕੀ ਕਰ ਰਹੇ ਦਿਨ ਬਾ ਦਿਨ ਕੀ ਹੋ ਰਹੇ ਨੇ, ਸਟਰੋਂਗ ਹੋ ਰਹੇ ਨੇ, ਤਾਂ ਸਾਨੂੰ ਵੀ ਆਪਦੀ ਫੌਜ ਦੇ ਵਿੱਚ ਚੇਂਜਸ ਕਰਨੀਆਂ ਪੈਣਗੀਆਂ। ਤਾਂ ਹੀ ਉਹਨਾਂ ਨੇ ਆਪਣੀ ਫੌਜ ਦਾ ਜਿਹੜਾ ਕੀ ਹੈ ਨਵੀਨੀਕਰਨ ਕੀਤਾ। ਕਿਵੇਂ ਕੀਤਾ? ਯੂਰਪੀਅਨ ਢੰਗ ਦੇ ਨਾਲ ਕੀਤਾ। ਉਹਨਾਂ ਨੇ ਫਿਰ ਕੀ ਕੀਤਾ ਭਾਈ, ਉੱਥੋਂ ਬੰਦੇ ਲੈ ਕੇ ਆਏ ਬਾਹਰਲੇ, ਠੀਕ ਹੈ ਜੀ। ਉਹਨਾਂ ਨੇ ਨਪੋਲੀਅਨ ਬੋਨਾਪਾਰਟ ਦੀ ਭੰਗ ਕੀਤੀ। ਇੱਕ ਫੌਜ ਦੇ ਦੋ ਅਫਸਰ ਸੀਗੇ, ਜੀਨ ਬੈਪਟਿਸਟ ਵੈਂਚੂਰਾ ਤੇ ਜੀਨ ਫਰਾਂਕੋਇਸ ਐਲਾਰਡ, ਤੇ ਉਹਨਾਂ ਨੂੰ ਫੌਜ ਦੀ ਸਿਖਲਾਈ ਦੇਣ ਵਾਸਤੇ, ਠੀਕ ਹੈ, ਨਿਯੁਕਤ ਕੀਤਾ ਗਿਆ, ਠੀਕ ਹੈ ਜੀ। ਦੇਖੋ ਬਾਹਰਲੇ ਬੰਦੇ ਅੱਜ ਕੱਲ੍ਹ ਕਹਿ ਤਾਂ ਦਿੰਦੇ ਆ ਜੀ ਪੰਜਾਬ ਨੂੰ, ਪੰਜਾਬ ਇਦਾਂ ਦਾ ਕਰ ਦਾਂਗੇ, ਉਦਾਂ ਦਾ ਕਰ ਦਾਂਗੇ, ਜਾਂ ਮਤਲਬ ਸਮੇਂ-ਸਮੇਂ ਸਿਰ ਸਰਕਾਰਾਂ ਕਹਿੰਦੀਆਂ ਕਿ ਪੰਜਾਬ ਫਿਰ ਸਾਡਾ ਦੁਬਾਰਾ ਬਣ ਜਾਊਗਾ ਸੋਨੇ ਦੀ ਚਿੜੀ, ਕਿ ਲੋਕ ਬਾਹਰੋਂ ਆ ਕੇ ਇੱਥੇ ਕੀ ਕਰਨਗੇ, ਨੌਕਰੀਆਂ ਕਰਨਗੇ। ਦੇਖੋ ਤੁਹਾਡੇ ਸਾਹਮਣੇ ਐਗਜ਼ਾਮਪਲ ਪਈ ਹੈ, ਲੋਕ ਬਾਹਰੋਂ ਆ ਕੇ ਨੌਕਰੀਆਂ ਕਰਦੇ ਸੀਗੇ ਇਸ ਪੰਜਾਬ ਦੇ ਵਿੱਚ। ਤਾਂ ਅੱਗੇ ਗੱਲ ਕਰਦੇ ਆ ਜੀ। ਅੱਗੇ ਕੀ ਕਹਿੰਦੇ ਨੇ, ਜਿਹੜਾ ਵੈਂਤੂਰਾ ਜੋ ਕਿ ਦਰਬਾਰ ਦੀ ਫੌਜ ਦਾ ਜਰਨੈਲ ਬਣਾਇਆ ਗਿਆ, ਤੇ ਉਹਨੂੰ ਇੱਕ ਵਿਸ਼ੇਸ਼ ਬ੍ਰਿਗੇਡ ਬਣਾਈ ਜਿਹਨੂੰ ਕਹਿ ਦਿੰਦੇ ਆ ਜੀ ਫੌਜੇ ਖਾਸ। ਤਾਂ ਉਹਨੇ ਇੱਕ ਸਪੈਸ਼ਲ ਟੁਕੜੀ ਬਣਾਈ ਫੌਜ ਦੀ ਜਿਹਨੂੰ ਫੌਜੇ ਖਾਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਤੇ ਜਿਹੜਾ ਅਲਰਟ ਸੀਗਾ ਉਹਨੂੰ ਘੋੜਸਵਾਰਾਂ ਦਾ ਸੈਨਾ ਦਾ ਇੰਚਾਰਜ ਬਣਾਇਆ ਗਿਆ, ਕਿਉਂਕਿ ਉਸ ਟਾਈਮ ਤੇ ਵੰਡਿਆ ਹੁੰਦਾ ਸੀਗਾ ਪੈਦਲ ਟੁਕੜੀ, ਘੋੜਸਵਾਰ, ਹਾਥੀ ਸਵਾਰ, ਠੀਕ ਹੈ ਜੀ। ਅੱਗੇ ਲੜਨ ਵਾਲੇ, ਪਿੱਛੇ ਲੜਨ ਵਾਲੇ ਸੈਨਿਕ ਸਾਰੇ ਉਦੋਂ ਵੰਡੇ ਹੁੰਦੇ ਸੀਗੇ। ਤਾਂ ਕਹਿੰਦੇ ਜੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਹਿੰਦਾ ਇੱਕ ਜਨਰਲ ਸੀਗਾ ਅਗਸਤੇ ਕੋਟ ਤੇ ਗਾਰਡਨਰ, ਠੀਕ ਹੈ, ਉਹਨਾਂ ਦੋਵਾਂ ਨੂੰ ਨਿਯੁਕਤ ਕੀਤਾ। ਕਾਹਦੇ ਵਾਸਤੇ? ਤੋਪਖਾਨੇ ਦੀ ਇਕਾਈ ਦਾ ਇੰਚਾਰਜ ਲਗਾਇਆ ਗਿਆ ਸੀਗਾ, ਠੀਕ ਹੈ ਜੀ। ਠੀਕ ਹੈ, ਜਨਰਲ ਅਗਸਤੇ, ਨੋਟ ਨੋਟ ਕਰ ਲਿਓ, ਠੀਕ ਹੈ। ਅੱਗੇ ਗੱਲ ਕਰੀਏ ਜੀ, ਕਹਿੰਦੇ ਜੀ ਜਿਹੜੇ ਸ਼ਾਸਨ ਪ੍ਰਬੰਧ ਸੀਗੇ ਨਿਯਮ ਰਵਾਇਤੀ ਸਨ। ਕਹਿੰਦੇ ਜੇ ਕੋਈ ਮੰਨ ਲਓ ਉਲੰਘਣਾ ਕਰਦਾ ਸੀ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀਗੀਆਂ, ਠੀਕ ਹੈ ਜੀ। ਤਾਂ ਕਹਿਣ ਦਾ ਮਤਲਬ ਪੂਰਾ ਪ੍ਰਬੰਧ ਓਕੇ ਸੀਗਾ। ਤੇ ਅੱਗੇ ਗੱਲ ਕਰਦੇ ਆ ਜੀ, ਉਹਨਾਂ ਦੀ ਕਚਹਿਰੀ ਦੇ ਵਿੱਚ ਕਹਿੰਦੇ ਜੀ ਹਿੰਦੂ, ਮੁਸਲਿਮ, ਫਰਾਂਸੀਸੀ ਅਫਸਰਾਂ ਦੀ ਭੀੜ ਰਹਿੰਦੀ ਸੀਗੀ, ਜਿੱਥੇ ਕਹਿੰਦੇ ਜੀ ਧਰਮ ਨਿਰਪੱਖ ਹੋਣ ਦਾ ਪਤਾ ਚੱਲਦਾ ਵੀ ਕੋਈ ਬੰਦਾ ਉੱਥੇ ਆ ਕੇ ਆਪਣੀ ਫਰਿਆਦ ਲਿਆ ਸਕਦਾ ਸੀਗਾ, ਵਿਚਾਰ ਵਟਾਂਦਰਾ ਕਰ ਸਕਦਾ ਸੀਗਾ। ਅਗਰ ਇਸ ਤੋਂ ਬਾਅਦ ਗੱਲ ਕਰੀਏ ਆਪਾਂ, ਜਿਹੜਾ ਸਭ ਤੋਂ ਇੰਪੋਰਟੈਂਟ ਚੀਜ਼ ਆ, ਕਹਿੰਦੇ ਜੀ ਇੱਕ ਫਕੀਰ ਅਜੀਜ਼ੁਦੀਨ ਜੋ ਕਿ ਇੱਕ ਮੁਸਲਮਾਨ ਸੀਗਾ, ਉਹਨਾਂ ਦਾ ਕੀ ਸੀਗਾ, ਫੋਰਨ ਮਿਨਿਸਟਰ ਸੀਗਾ, ਵਿਦੇਸ਼ ਮੰਤਰੀ ਸੀ। ਦੀਨਾਨਾਥ ਜਿਹੜਾ ਕਿ ਇੱਕ ਬ੍ਰਾਹਮਣ ਜਾਤੀ ਦੇ ਨਾਲ ਸੰਬੰਧ ਰੱਖਦਾ ਸੀ, ਉਹਨਾਂ ਦਾ ਵਿੱਤ ਮੰਤਰੀ ਸੀਗਾ, ਖਜ਼ਾਨਾ ਮੰਤਰੀ ਜਿਹਨੂੰ ਆਪਾਂ ਕਹਿ ਦਿੰਦੇ ਆ। ਤੇ ਉਹਨਾਂ ਦਾ ਜਿਹੜਾ ਪ੍ਰਧਾਨ ਮੰਤਰੀ ਸੀਗਾ ਧਿਆਨ ਸਿੰਘ, ਉਹ ਡੋਗਰਾ ਸੀਗਾ। ਤਾਂ ਧਿਆਨ ਸਿੰਘ ਡੋਗਰੇ ਦਾ ਜ਼ਿਕਰ ਅੱਗੇ ਜਾ ਕੇ ਆਊਗਾ, ਜਿਹਨੇ ਬਹੁਤ ਗਦਾਰੀਆਂ ਕੀਤੀਆਂ ਅੱਗੇ ਜਾ ਕੇ, ਪਰ ਉਸ ਟਾਈਮ ਤੇ ਕੌਣ ਸੀਗਾ, ਉਹ ਪ੍ਰਧਾਨ ਮੰਤਰੀ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਦਾ, ਠੀਕ ਹੈ ਜੀ। ਕਹਿਣ ਦਾ ਮਤਲਬ ਹਰ ਇੱਕ ਬੰਦੇ ਨੂੰ ਹਰ ਇੱਕ ਪੋਸਟ ਮਿਲਦੀ ਸੀ, ਕੋਈ ਧਰਮ ਦੇ ਨਾਲ ਕੋਈ ਇਹ ਨਿਰਪੱਖਤਾ ਨਹੀਂ ਸੀਗੀ ਕਿ ਜੇ ਉਹ ਸਿੱਖ ਧਰਮ ਦਾ ਤਾਂ ਉਹਨੂੰ ਤਾਂ ਹੀ ਪੋਸਟ ਮਿਲੂਗੀ। ਤਾਂ ਅੱਗੇ ਗੱਲ ਕਰਦੇ ਆ ਜੀ, ਕਹਿੰਦੇ ਜੀ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਕਹਿੰਦੇ ਸੰਗਠਿਤ ਰਾਜ ਸਥਾਪਿਤ ਕਰਨ ਲਈ ਯਾਦ ਕੀਤਾ ਜਾਂਦਾ ਹੈ। ਤੇ ਕਹਿੰਦੇ ਜੀ ਉਹਨਾਂ ਦਾ ਮੌਤ ਦੇ 10 ਵਰ੍ਹਿਆਂ ਬਾਅਦ ਵਿੱਚ ਵੀ ਪੰਜਾਬ ਕਈ ਭਾਗਾਂ 'ਚ ਵੰਡਿਆ ਗਿਆ। ਤਾਂ ਉਹਨਾਂ ਦੀ ਡੈਥ ਤੋਂ ਬਾਅਦ ਦੇਖੋ ਜੀ, ਕਹਿੰਦੇ ਇਕੱਲਾ ਮਹਾਰਾਜਾ ਰਣਜੀਤ ਸਿੰਘ ਜੀ ਨਹੀਂ ਅਲੋਪ ਹੋਇਆ, ਸਿੱਖ ਰਾਜ ਵੀ ਅਲੋਪ ਹੋ ਗਿਆ ਸੀ, ਸੂਰਜ ਡੁੱਬ ਗਿਆ ਸੀ ਸਿੱਖ ਰਾਜ ਦਾ, ਠੀਕ ਹੈ ਜੀ। ਤਾਂ ਜਿਹੜਾ 27 ਜੂਨ 1839 ਈਸਵੀ ਨੂੰ ਰਾਜੇ ਅਧਰੰਗ ਦੇ ਕਾਰਨ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਹੋ ਜਾਂਦੀ ਹੈ। ਲੇਕਿਨ ਮੌਤ ਦੇ ਬਾਅਦ ਮਤਲਬ ਕਿ ਇੱਕ ਤਰਾਸਗੀ ਇਹ ਸੀਗੀ ਕਿ ਉਹਨਾਂ ਨੇ ਮਤਲਬ ਕਿ ਉਹਨਾਂ ਦੇ ਜਿਹੜੇ ਅੱਗੇ ਵਾਰਿਸ ਸੀਗੇ ਉਹਨਾਂ ਵਿੱਚੋਂ ਕੋਈ ਵੀ ਇਦਾਂ ਦਾ ਬੰਦਾ ਨਹੀਂ ਸੀਗਾ ਜਿਹੜਾ ਉਹਨਾਂ ਵਾਂਗ ਮਤਲਬ ਕਿ ਰਾਜਾ ਬਣਨ ਦੇ ਲਾਇਕ ਸੀਗਾ। ਸੀਗੇ ਗਵਰਨਰ ਨਿਹਾਲ ਸਿੰਘ, ਬਟ ਉਹਨਾਂ ਦੀ ਵੀ ਜਲਦੀ ਮੌਤ ਹੋ ਜਾਂਦੀ ਹੈ, ਉਹ ਵੀ ਇੱਕ ਸਾਜ਼ਿਸ਼ ਦਾ ਸ਼ਿਕਾਰ ਹੋ ਜਾਂਦੇ ਆ। ਤਾਂ ਕਹਿਣ ਦਾ ਮਤਲਬ ਕਿ ਜਿਹੜਾ ਮੇਨ ਅੰਤ ਸ਼ੁਰੂ ਹੋ ਗਿਆ ਸੀ ਉਹਨਾਂ ਦੀ ਡੈਥ ਦੇ ਨਾਲ ਹੀ ਹੋ ਗਿਆ ਸੀ। ਡੈਥ ਡੇਟ ਯਾਦ ਰੱਖਣੀ ਹੈ ਰਾਜੇ, 27 ਜੂਨ 1839, ਠੀਕ ਹੈ ਜੀ।
ਤਾਂ ਕਲੀਅਰ ਇੱਕ ਪੁੱਛਿਆ ਇਹਨਾਂ ਦਾ ਰਾਜਾ ਕਦੋਂ ਬਣੇ ਸੀਗੇ 1801 ਦੇ ਵਿੱਚ ਇਹਨਾਂ ਨੇ, ਠੀਕ ਹੈ, ਮੁਕਤ ਧਾਰਨ ਕੀਤਾ ਸੀਗਾ। ਤਾਂ ਸਾਰੀਆਂ ਡੇਟਸ ਯਾਦ ਰੱਖਣੀਆਂ ਨੇ। ਤਾਂ ਅੱਗੇ ਚੱਲਦੇ ਹਾਂ ਜੀ, ਆਪਾਂ ਕਹਿੰਦੇ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਨਕੇ ਕਈ ਵਾਰੀ ਪੁੱਛ ਲੈਂਦੇ ਆ, ਪਿੱਛੇ ਜੇ ਬਹੁਤ ਰੌਲਾ ਪਿਆ। ਉਹਨਾਂ ਦੇ ਨਾਨਕੇ ਹੈਗੇ ਜੀ ਸੰਗਰੂਰ ਕੋਲ ਇੱਕ ਪਿੰਡ ਹੈ ਬਿਡਰੁੱਖਾ। ਬਡਰੁੱਖਾ ਦੇ ਵਿੱਚ ਕਹਿੰਦੇ ਸੀਗੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੱਤ ਲੱਗੂਗਾ, ਬਟ ਉਹ ਵਿੱਚ ਵਿਚਾਲੇ ਕੇਸ ਚੱਲ ਰਿਹਾ, ਤਾਂ ਕਰਕੇ ਮੈਂ ਤੁਹਾਨੂੰ ਦੱਸਤਾ ਵੀ ਹੋ ਸਕਦਾ ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛਿਆ ਜਾਵੇ। ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਨਕੇ ਨੇ ਪਿੰਡ ਬਿਡਰੁੱਖਾ ਨੇ, ਠੀਕ ਹੈ ਜੀ। ਤਾਂ ਆਹ ਹੈਗਾ ਜੀ ਉਹਨਾਂ ਦਾ, ਦੇਖੋ ਨਿਚੋੜ ਆਪਾਂ ਕਹਿ ਦਈਏ, ਕਨਕਲੂਜਨ ਕੱਢਣਾ ਹੋਵੇ ਤਾਂ ਆਹ ਹੈ ਜੀ। ਜਨਮ ਸਥਾਨ ਉਹਨਾਂ ਦਾ 1780 ਈਸਵੀ ਦੇ ਵਿੱਚ ਗੁਜਰਾਂਵਾਲਾ ਪਾਕਿਸਤਾਨ ਦੇ ਵਿੱਚ ਹੈ। ਮਾਤਾ ਪਿਤਾ ਕੌਣ ਨੇ? ਸਰਦਾਰਨੀ ਰਾਜ ਕੌਰ, ਸਰਦਾਰ ਮਾਹ ਸਿੰਘ। ਪਹਿਚਾਣ ਹੈ ਜੀ ਸ਼ੇਰੇ ਪੰਜਾਬ, ਲਵਾਈਨ ਆਫ ਪੰਜਾਬ, ਠੀਕ ਹੈ ਜੀ। ਮਿਸਲ ਸ਼ੁਕਰ ਚੱਕੀਆ। ਰਾਣੀ ਮਹਿਤਾਬ ਕੌਰ ਜਿਹੜੀ ਮੇਨ ਰਾਣੀ ਸੀਗੀ, ਠੀਕ ਹੈ ਜੀ। ਸੱਸ ਸਦਾ ਕੌਰ ਹੈ। ਲਾਹੌਰ ਰਾਜਧਾਨੀ ਹੈ। ਨਾਨਕਸ਼ਾਹੀ ਸਿੱਕੇ ਜਾਰੀ ਕੀਤੇ ਨੇ। ਤੇ ਜਿਹੜੇ ਦੋ ਯੂਰਪੀਅਨ ਅਧਿਕਾਰੀ ਕਿਹੜੇ ਸੀਗੇ? ਵੈਨਚੂਰਾ ਤੇ ਅਲਾਰਡ, ਠੀਕ ਹੈ ਜੀ। ਦੋ ਤਖਤ ਕਿਹੜੇ ਨੇ? ਸ਼੍ਰੀ ਪਟਨਾ ਸਾਹਿਬ ਤੇ ਹਜੂਰ ਸਾਹਿਬ। ਤੇ ਸੋਨੇ ਦੀਆਂ ਪਲੇਟਾਂ ਕਿੱਥੇ ਲਵਾਈਆਂ ਨੇ? ਹਰਿਮੰਦਰ ਸਾਹਿਬ ਦੀਆਂ ਕੰਧਾਂ ਤੇ। ਇਸ ਤੋਂ ਇਲਾਵਾ ਮੰਦਿਰਾਂ ਤੇ ਵੀ ਲਵਾਈਆਂ ਨੇ, ਉਹ ਵੀ ਯਾਦ ਰੱਖਣਾ, ਠੀਕ ਹੈ। ਤੇ ਅੰਮ੍ਰਿਤਸਰ ਦੀ ਸੰਧੀ ਜਿਹੜੀ ਮੇਨ ਮੰਨੀ ਜਾਂਦੀ 1809 ਦੇ ਵਿੱਚ ਕੀਤੀ ਸੀ। ਤੇ ਇੱਕ ਪੱਕੀ ਸੰਧੀ ਕੀਤੀ ਜਿਹੜੀ ਤੁਹਾਨੂੰ ਮੈਂ ਦੱਸਿਆ, ਠੀਕ ਹੈ, ਜਿਹਦੇ ਵਿੱਚ ਉਹਨੂੰ ਕਾਬਲ ਦਾ ਰਾਜਾ ਬਣਾਇਆ ਗਿਆ ਸੀਗਾ, ਠੀਕ ਹੈ ਜੀ, 1838 ਦੇ ਵਿੱਚ। ਤੇ 1839 ਦੇ ਵਿੱਚ ਕੀ ਹੋ ਗਿਆ ਸੀ? ਦੇਹਾਂਤ ਹੋ ਗਿਆ ਸੀ, ਡੈਥ ਹੋ ਗਈ ਸੀ, ਤੇ ਖਾਲਸਾ ਰਾਜ ਦਾ ਅੰਤ ਸ਼ੁਰੂ ਹੋ ਗਿਆ ਸੀ। ਤਾਂ ਹੁਣ ਗੱਲ ਕਰਦੇ ਹਾਂ ਜੀ ਇਹਨਾਂ ਦੇ ਵਾਰਿਸ। ਵਾਰਿਸ ਕੌਣ ਕੌਣ ਨੇ ਜੀ? ਦੇਖੋ ਵਾਰਿਸ ਤਾਂ ਹੈਗੇ ਨੇ, ਠੀਕ ਹੈ ਜੀ। ਆ ਦੇਖੋ ਖੜਕ ਸਿੰਘ ਸਭ ਤੋਂ ਵੱਡੇ ਪੁੱਤਰ, ਸ਼ੇਰ ਸਿੰਘ, ਤਾਰਾ ਸਿੰਘ, ਮਲਤਾਨਾ ਸਿੰਘ, ਕਸ਼ਮੀਰਾ ਸਿੰਘ, ਪਿਸ਼ੌਰ ਸਿੰਘ ਤੇ ਦਲੀਪ ਸਿੰਘ, ਠੀਕ ਹੈ। 7 ਪੁੱਤਰ ਸੀਗੇ ਇਹਨਾਂ ਦੇ। ਪਰ ਪ੍ਰੋਬਲਮ ਕੀ ਸੀਗੀ? ਸੱਤਾਂ ਦੇ ਵਿਚਕਾਰ ਆਪਸ ਵਿੱਚ ਬਣਦੀ ਨਹੀਂ ਸੀ, ਕਿਉਂਕਿ ਸੱਤੇ ਕੀ ਸੀਗੇ? ਇੱਕੋ ਮਾਂ ਦੇ ਜਾਏ ਨਹੀਂ ਸੀਗੇ, ਇਸ ਕਰਕੇ ਪ੍ਰੋਬਲਮ ਸੀਗੀ। ਸੱਤਾਂ ਦੇ ਵਿੱਚ ਕੀ ਸੀਗੀ? ਯੂਨਿਟੀ ਨਹੀਂ ਸੀਗੀ, ਠੀਕ ਹੈ ਜੀ। ਤੇ ਚੰਦ ਕੌਰ ਦਾ ਇਤਿਹਾਸ 'ਚ ਵੀ ਜ਼ਿਕਰ ਆਉਂਦਾ, ਕਿਉਂਕਿ ਖੜਕ ਸਿੰਘ ਦੀ ਜਿਹੜੀ ਵਾਈਫ ਸੀਗੀ ਚੰਦ ਕੌਰ, ਇਹਦਾ ਇਤਿਹਾਸ ਜ਼ਿਕਰ ਆਉਂਦਾ। ਤੇ ਨੌ ਨਿਹਾਲ ਸਿੰਘ ਦਾ, ਮਤਲਬ ਕਹਿਣ ਦਾ ਮਤਲਬ ਇਹਨਾਂ ਦੀ ਵੀ ਅੱਗੇ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ। ਮੇਨ ਜੇ ਆਪਾਂ ਪੜ੍ਹਨੇ ਨੇ ਜਿਹੜੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਰਹਿਣਗੇ, ਨਹੀਂ ਤਾਂ ਅਦਰਵਾਈਜ਼ ਬਹੁਤ ਲੰਬਾ ਚਲਾ ਜਾਊਗਾ ਕੰਮ। ਤਾਂ ਚਲੋ ਜੀ ਆਪਾਂ ਸ਼ੁਰੂ ਕਰਦੇ ਅੱਗੇ। ਅੱਗੇ ਗੱਲ ਕਰੀਏ ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੜ੍ਹਾਉਣ ਤੋਂ ਪਹਿਲਾਂ ਕਿ ਹਾਂ ਵੀ ਕੌਣ ਰਾਜਾ ਬਣਿਆ, ਕੌਣ ਕਿਵੇਂ ਬਣਿਆ, ਖੜਕ ਸਿੰਘ ਕਿਵੇਂ ਬਣਿਆ, ਸ਼ੇਰ ਸਿੰਘ ਕਿਵੇਂ ਬਣਿਆ, ਨੌ ਨਿਹਾਲ ਸਿੰਘ ਕਿਵੇਂ ਬਣਿਆ। ਤਾਂ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਦੱਸਣੀ ਚਾਹੁੰਦਾ, ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਡੈਥ ਹੋ ਜਾਂਦੀ ਹੈ ਤਾਂ ਜਿਹੜਾ ਉਹਨਾਂ ਦੇ ਮਹਿਲ ਦੇ ਵਿੱਚ ਦੋ ਗਰੁੱਪ ਬਣ ਗਏ ਸੀਗੇ। ਦੋ ਗਰੁੱਪ ਕਿਹੜੇ ਬਣ ਗਏ ਸੀਗੇ ਰਾਜੇ? ਪਹਿਲਾ ਗਰੁੱਪ ਸੀਗਾ ਡੋਗਰਿਆਂ ਦਾ ਗਰੁੱਪ, ਜਿਹਦੇ ਵਿੱਚ ਧਿਆਨ ਸਿੰਘ ਡੋਗਰਾ ਸੀਗਾ। ਤਾਂ ਪਹਿਲਾ ਗਰੁੱਪ ਹੈ ਜੀ ਡੋਗਰਿਆਂ ਦਾ, ਐਂ ਕਹਿ ਲਓ ਵੀ ਹਿੰਦੂ ਗਰੁੱਪ ਬਣ ਗਿਆ। ਹਿੰਦੂ ਗਰੁੱਪ ਦੇ ਵਿੱਚ ਕੀ ਸੀਗਾ ਜੀ? ਹਿੰਦੂ ਸੀਗੇ, ਡੋਗਰੇ ਸੀਗੇ। ਤੇ ਦੂਜਾ ਗਰੁੱਪ ਸੀਗਾ ਸਰਦਾਰਾਂ ਦਾ, ਠੀਕ ਹੈ, ਜਿਹੜੇ ਕਿ ਡੋਗਰਿਆਂ ਦੇ ਵਿਰੋਧੀ ਸੀਗੇ। ਓਬਵੀਅਸ ਹੈ ਕਿ ਦੋਵਾਂ ਦੀ ਆਪਸ ਵਿੱਚ ਕੀ ਆ, ਬਣਦੀ ਨਹੀਂ ਸੀ, ਤਾਂ ਹੀ ਗਰੁੱਪ ਬਣੇ ਸੀਗੇ। ਤਾਂ ਜੇ ਮੈਂ ਗੱਲ ਕਰਾਂ ਡੋਗਰਿਆਂ ਦੇ ਵਿੱਚ 3 ਭਰਾ ਸੀਗੇ, ਕੌਣ ਕੌਣ ਸੀਗੇ? ਗੁਲਾਬ ਸਿੰਘ, ਧਿਆਨ ਸਿੰਘ ਤੇ ਸੁਚੇਤ ਸਿੰਘ। ਤਿੰਨੇ ਭਰਾ ਸੀਗੇ, ਲੇਕਿਨ ਤਿੰਨਾਂ ਦੀ ਵੀ ਆਪਸ ਵਿੱਚ ਬਹੁਤ ਘੱਟ ਬਣਦੀ ਸੀਗੀ। ਦੂਜੇ ਪਾਸੇ ਕੀ ਸੀਗੇ? ਦੂਜੇ ਪਾਸੇ ਜਿਹੜੇ ਗਰੁੱਪ ਸੀਗਾ ਉਹਦੇ ਵਿੱਚ 3 ਤਰ੍ਹਾਂ ਦੇ ਸਰਦਾਰ ਸੀਗੇ। ਸੰਧਾ ਵਾਲੀਆ ਸਰਦਾਰ, ਠੀਕ ਆ, ਅਟਾਰੀ ਵਾਲੇ ਸਰਦਾਰ ਤੇ ਮਜੀਠੀਏ ਸਰਦਾਰ, ਠੀਕ ਹੈ ਜੀ। ਇਹ 3 ਗਰੁੱਪ, ਮਤਲਬ 2 ਗਰੁੱਪ ਬਣ ਗਏ। 3 ਬੰਦੇ ਉਧਰ, ਤਿੰਨ ਕੈਟਾਗਰੀ ਇੱਧਰ ਹੈ, ਠੀਕ ਹੈ ਜੀ। ਇਹ ਤੁਹਾਨੂੰ ਮੈਂ ਤਾਂ ਦੱਸ ਰਿਹਾ ਕਿਉਂਕਿ ਸਾਰੇ ਨਾਮ ਅੱਗੇ ਜਾ ਕੇ ਆਉਣਗੇ, ਫਿਰ ਤੁਸੀਂ ਕਨਫਿਊਜ਼ ਹੋਵੋਗੇ। ਤਾਂ ਸੰਧਾ ਵਾਲੀਆਂ ਦੇ ਵਿੱਚ ਅਗਰ ਮੈਂ ਦੇਖਾਂ ਤਾਂ ਜਿਹੜੇ ਬੰਦੇ ਮੇਨ ਬੰਦਾ ਸੀਗਾ ਜੀ, ਉਹ ਸੀਗਾ ਲਹਿਣਾ ਸਿੰਘ, ਅਜੀਤ ਸਿੰਘ ਤੇ ਅਤਰ ਸਿੰਘ। ਇਹ ਸਾਰੇ ਕੀ ਸੀਗੇ? ਚੰਦ ਕੌਰ ਦੇ ਚਹੇਤੇ ਸੀਗੇ। ਚੰਦ ਕੌਰ ਕੌਣ ਹੈ? ਸਭ ਤੋਂ ਵੱਡਾ ਜਿਹੜਾ ਮੁੰਡਾ ਹੈਗਾ ਖੜਕ ਸਿੰਘ, ਉਹਦੇ ਘਰ ਵਾਲੀ, ਠੀਕ ਹੈ ਜੀ। ਉਹ ਅੱਗੇ ਜਾ ਕੇ ਆਪਾਂ ਦੱਸਾਂਗੇ ਕਿਉਂ ਇਹਨਾਂ ਦੇ ਚਹੇਤੇ ਸੀਗੇ। ਤਾਂ ਅੱਗੇ ਮੈਂ ਗੱਲ ਕਰਾਂ ਦੂਜੇ ਪਾਸੇ ਅਟਾਰੀ ਵਾਲੇ ਸਰਦਾਰ ਕੌਣ ਸੀਗੇ? ਸ਼ਾਮ ਸਿੰਘ ਅਟਾਰੀ ਵਾਲਾ। ਤਾਂ ਬਹੁਤ ਦੇਖੋ ਬਲਵਾਨ ਯੋਧਾ ਸੀਗਾ ਸ਼ਾਮ ਸਿੰਘ ਅਟਾਰੀ ਵਾਲਾ ਵੀ। ਤੇ ਨਾਲ ਜ਼ਿਕਰ ਆਉਂਦਾ ਜੀ ਚਤਰ ਸਿੰਘ ਦਾ ਤੇ ਉਹਨਾਂ ਦੇ ਜਿਹੜੇ ਪੁੱਤਰ ਸ਼ੇਰ ਸਿੰਘ ਤੇ ਗੁਲਾਬ ਸਿੰਘ, ਠੀਕ ਹੈ ਜੀ। ਤੇ ਅੱਗੇ ਗੱਲ ਕਰੀਏ ਜਿਹੜੇ ਮਜੀਠੀਏ ਸਰਦਾਰ, ਉਹਨਾਂ ਵਿੱਚੋਂ ਜਿਹੜਾ ਮੇਨ ਬੰਦਾ ਸੀ ਲਹਿਣਾ ਸਿੰਘ ਸੀਗਾ। ਬੜਾ ਉੱਚ ਕੋਟੀ ਦਾ ਵਿਦਵਾਨ ਸੀਗਾ, ਬਟ ਬੜਾ ਸੁਸਤ ਬੰਦਾ ਸੀਗਾ, ਠੀਕ ਹੈ ਜੀ। ਕਹਿਣ ਦਾ ਮਤਲਬ ਸੁਸਤ ਸੀਗਾ, ਤਾਂ ਹੀ ਤਾਂ ਸੰਭਾਲ ਨਹੀਂ ਸਕੇ ਇਹ, ਠੀਕ ਹੈ। ਤਾਂ ਅੱਗੇ ਗੱਲ ਕਰਦੇ ਹਾਂ ਜੀ ਆਪਾਂ ਨੈਕਸਟ। ਹੁਣ ਜਿੱਥੇ ਸ਼ੁਰੂ ਹੁੰਦੀ ਕਹਾਣੀ, ਦੇਖੋ ਮਹਾਰਾਜਾ ਰਣਜੀਤ ਸਿੰਘ ਜੀ ਦੀ ਡੈਥ ਤੋਂ ਪਹਿਲਾਂ ਉਹ ਆਪਣੇ ਆਪ ਹੀ ਕਹਿ ਗਏ ਸੀਗੇ ਕਿ ਮੇਰੇ ਤੋਂ ਬਾਅਦ ਮੇਰਾ ਜਿਹੜਾ ਵਾਰਿਸ ਹੈਗਾ ਸਭ ਤੋਂ ਵੱਡਾ ਮੁੰਡਾ ਖੜਕ ਸਿੰਘ, ਉਹ ਬਣੂਗਾ ਰਾਜਾ, ਠੀਕ ਹੈ। ਇਹ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਕਹਿ ਗਏ ਸੀਗੇ, ਤਾਂ ਕਰਕੇ ਕੋਈ ਕਨਫਿਊਜ਼ਨ ਨਹੀਂ ਰਹਿ ਜਾਂਦੀ। ਤਾਂ ਖੜਕ ਸਿੰਘ ਨੂੰ ਬਣਾਇਆ ਗਿਆ ਰਾਜਾ, ਠੀਕ ਹੈ। ਖੜਕ ਸਿੰਘ ਦਾ ਜਨਮ ਕਦੋਂ ਹੋਇਆ? 1801 ਦੇ ਵਿੱਚ। ਡੈਥ ਕਦੋਂ ਹੋਈ? 1840 ਦੇ ਵਿੱਚ। ਚਲੋ ਇਹ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ, ਜਸਟ ਤੁਹਾਡੀ ਨੌਲੇਜ ਵਾਸਤੇ ਲਿਖਿਆ। ਇਹ ਹੈਗੇ ਨੇ ਜੀ ਖੜਕ ਸਿੰਘ ਜੀ। ਤਾਂ ਅੱਗੇ ਗੱਲ ਕਰਦੇ ਹਾਂ ਜੀ ਖੜਕ ਸਿੰਘ ਦੇ ਵਿੱਚ ਕਹਿੰਦਾ ਜੀ 1839 ਈਸਵੀ ਵਿੱਚ ਕੀ ਗੱਲ ਬਣ ਗਈ? ਮਹਾਰਾਜਾ ਰਣਜੀਤ ਸਿੰਘ ਜੀ ਦੇ ਮੌਤ ਤੋਂ ਮਗਰੋਂ ਉਹਨਾਂ ਦਾ ਵੱਡਾ ਪੁੱਤਰ ਗੱਦੀ ਤੇ ਬੈਠ ਗਿਆ। ਹਾਲਾਂਕਿ ਖੜਕ ਸਿੰਘ ਨੂੰ ਬਣਾਇਆ ਗਿਆ ਰਾਜਾ, ਲੇਕਿਨ ਸਭ ਤੋਂ ਨਿਕੰਮਾ ਬੰਦਾ ਹੀ ਸੀਗਾ ਖੜਕ ਸਿੰਘ, ਠੀਕ ਹੈ। ਸਾਰੇ ਪੁੱਤਰਾਂ ਦੇ ਨਾਲੋਂ ਸਭ ਤੋਂ ਨਿਕੰਮਾ ਤੇ ਐਂ ਕਹਿ ਲਓ ਅਯਾਸ਼ੀ ਵਾਲਾ ਬੰਦਾ ਸੀਗਾ। ਦਾਰੂ ਦੂਰੂ ਪੀ ਲੈਣੀ, ਖਾਣੀ ਪੀਣੀ, ਬਸ ਹੋਰ ਕੋਈ ਦਾ ਧਿਆਨ ਨਹੀਂ ਸੀਗਾ, ਠੀਕ ਹੈ। ਤੇ ਡਰਪੋਕ ਜਿਹਾ ਸੀਗਾ ਬੰਦਾ। ਤੇ ਅੱਗੇ ਗੱਲ ਕਰਦੇ ਹਾਂ ਜੀ, ਕਹਿੰਦੇ ਖੜਕ ਸਿੰਘ ਇੱਕ ਕਮਜ਼ੋਰ ਸ਼ਾਸਕ ਸੀਗਾ ਤੇ ਕਹਿੰਦਾ ਰਾਜ ਕੰਮਾਂ ਵਾਲੇ ਪਾਸੇ ਵਧੇਰੇ ਧਿਆਨ ਨਹੀਂ ਸੀਗਾ ਉਹਦਾ। ਤੇ ਕਹਿੰਦਾ ਜੀ ਉਹਨੇ ਰਾਜ ਭਾਗ ਵੀ ਜਿਹੜਾ ਲਿਆ ਸੀ ਨਾ, ਉਹਦਾ ਇੱਕ ਚਹੇਤਾ ਸੀਗਾ ਚੇਤ ਸਿੰਘ ਬਾਜਵਾ। ਚੇਤ ਸਿੰਘ ਬਾਜਵਾ ਰਾਜੇ ਯਾਦ ਰੱਖਣਾ, ਚੇਤ ਸਿੰਘ ਬਾਜਵਾ ਨੂੰ ਬਾਅਦ ਚ ਮਾਰਨਗੇ, ਠੀਕ ਹੈ, ਡੋਗਰੇ। ਤਾਂ ਕਿਵੇਂ ਮਾਰਨਗੇ, ਕਿਉਂ ਮਾਰਨਗੇ, ਠੀਕ ਹੈ, ਮੈਂ ਦੱਸੂਗਾ। ਤੇ ਕਹਿੰਦਾ ਜਿਹੜਾ ਚੇਤ ਸਿੰਘ ਬਾਜਵਾ ਸੀਗਾ, ਉਹਦੀ ਜਿਹੜੀ ਪਤਨੀ ਸੀਗੀ ਚੰਦ ਕੌਰ, ਖੜਕ ਸਿੰਘ ਦੀ ਜਿਹੜੀ ਪਤਨੀ ਸੀ ਚੰਦ ਕੌਰ, ਉਹਦਾ ਰਿਸ਼ਤੇਦਾਰ ਹੀ ਸੀਗਾ। ਤਾਂ ਕਹਿਣ ਦਾ ਮਤਲਬ ਕਿ ਖੜਕ ਸਿੰਘ ਤਾਂ ਇੱਕ ਨਾਮ ਦਾ ਰਾਜਾ ਸੀਗਾ, ਜਿਹੜਾ ਮੇਨ ਇਹਨਾਂ ਦੇ ਪਿੱਛੇ ਮਕਸਦ ਸੀਗਾ ਉਹਦੀ ਪਤਨੀ। ਤੇ ਚੇਤ ਸਿੰਘ ਬਾਜਵਾ ਬਹੁਤ ਤੇਜ਼ ਬੰਦਾ ਸੀਗਾ, ਚੇਤ ਸਿੰਘ ਬਾਜਵਾ ਹੀ ਸੀਗਾ ਮੇਨ ਬੰਦਾ, ਜਿਹੜਾ ਕਿ ਆਪਣੇ ਉਂਗਲਾਂ ਤੇ ਨਚਾਰਿਆ ਸੀਗਾ ਖੜਕ ਸਿੰਘ ਨੂੰ। ਤਾਂ ਦੇਖੋ ਜੇ
ਖੜਕ ਸਿੰਘ ਨੂੰ ਉਂਗਲਾਂ ਤੇ ਨਚਾ ਰਿਹਾ ਸੀ, ਤਾਂ ਹੀ ਤਾਂ ਇਹਦਾ ਮੁੰਡਾ ਗਾਂ ਖੜਕ ਸਿੰਘ ਦਾ ਜਿਹੜਾ ਹੈਗਾ ਕੁੰਵਰ ਨੌ ਨਿਹਾਲ ਸਿੰਘ, ਉਹ ਆਪਣਾ ਰਾਜਾ ਰਾਜ ਭਾਗ ਹੈਗਾ ਆਪਣੇ ਕਬਜ਼ੇ 'ਚ ਕਰ ਲਊਗਾ। ਉਹਨੂੰ ਪਤਾ ਸੀ ਮੇਰਾ ਪਿਓ ਨਿਕੰਮਾ ਹੈ, ਠੀਕ ਹੈ। ਤਾਂ ਅੱਗੇ ਚੱਲਦੇ ਹਾਂ ਜੀ ਆਪਾਂ। ਅੰਤ ਦੇ ਵਿੱਚ ਕਹਿੰਦਾ ਜਿਹੜਾ ਖੜਕ ਸਿੰਘ ਆ ਉਹਦਾ ਪੁੱਤਰ ਜਿਹੜਾ ਨੌ ਨਿਹਾਲ ਸਿੰਘ ਆ ਜੀ, ਉਹਨਾਂ ਨੇ ਚੇਤ ਸਿੰਘ ਦਾ ਕਤਲ ਕਰਾਤਾ ਸੀਗਾ। ਤਾਂ ਚੇਤ ਸਿੰਘ ਦਾ ਕਤਲ ਤਾਂ ਹੀ ਹੋਇਆ ਸੀ, ਕੱਲਾ ਨੌ ਨਿਹਾਲ ਸਿੰਘ ਜੀ ਨੇ ਨਹੀਂ ਕਰਾਇਆ ਸੀਗਾ। ਲੰਮੀ ਕਹਾਣੀ ਆ, ਚਲੋ ਮੈਂ ਫਿਰ ਕਿਤੇ ਦੱਸੂਗਾ ਤੁਹਾਨੂੰ, ਹੁਣ ਦੱਸਾਂਗੇ ਤਾਂ ਮੈਂ ਵੀਡੀਓ ਲੰਬੀ ਹੋ ਜਾਊਗੀ। ਨੌ ਨਿਹਾਲ ਸਿੰਘ ਜੀ ਦਾ ਨਾਮ ਜ਼ਰੂਰ ਆਉਂਦਾ ਹੈ, ਲੇਕਿਨ ਚੇਤ ਸਿੰਘ ਦੇ ਕਤਲ ਮਤਲਬ ਚੇਤ ਸਿੰਘ ਦੇ ਕਤਲ ਪਿੱਛੇ ਜਿਹੜਾ ਮੇਨ ਬੰਦਾ ਉਹ ਧਿਆਨ ਸਿੰਘ ਡੋਗਰਾ ਹੈ, ਠੀਕ ਹੈ। ਧਿਆਨ ਸਿੰਘ ਡੋਗਰੇ ਨੇ ਕਤਲ ਕਰਵਾਇਆ ਸੀਗਾ। ਤਾਂ ਕਹਿਣ ਦਾ ਮਤਲਬ ਜੋ ਧਿਆਨ ਸਿੰਘ ਡੋਗਰੇ ਨੇ ਕਤਲ ਕਰਵਾਤਾ ਚੇਤ ਸਿੰਘ ਨੂੰ, ਤੇ ਚੇਤ ਸਿੰਘ ਨੂੰ ਬਚਾਉਣ ਵਾਸਤੇ ਖੜਕ ਸਿੰਘ ਨੇ ਬਹੁਤ ਮਿਹਨਤਾਂ ਕੀਤੀਆਂ ਧਿਆਨ ਸਿੰਘ ਹੋਣਾ ਦੀਆਂ, ਵੀ ਹਾਂ ਯਾਰ ਤੁਸੀਂ ਨਾ ਮਾਰੋ ਇਹਨੂੰ, ਮੈਂ ਗੱਦੀ ਤੋਂ ਉਤਰ ਜਾਣਾ, ਤੁਸੀਂ ਕਿਸੇ ਹੋਰ ਨੂੰ ਬਿਠਾਉਣਾ ਬਿਠਾ ਲਓ, ਪਰ ਇਹਨੂੰ ਚੇਤ ਸਿੰਘ ਨੂੰ ਨਾ ਮਾਰੋ, ਹਨਾ। ਪਰ ਉਹਨਾਂ ਨੇ ਇੱਕ ਨਹੀਂ ਸੁਣੀ। ਫਿਰ ਉਹਨਾਂ ਨੇ ਕੀ ਕੀਤਾ, ਖੜਕ ਸਿੰਘ ਨੂੰ ਮਤਲਬ ਕਿ ਘਰ ਦੇ ਵਿੱਚ ਹੀ ਕੈਦ ਕਰਤਾ, ਤੇ ਹੌਲੀ ਹੌਲੀ ਉਹਨੂੰ ਜ਼ਹਿਰ ਦੇਣੀ ਸ਼ੁਰੂ ਕਰਤੀ ਸੀਗੀ। ਦਾਰੂ ਪੀਂਦਾ ਸੀ, ਦਾਰੂ ਦੇ ਵਿੱਚ ਜ਼ਹਿਰ ਦੇ ਦਿੰਦੇ ਸੀਗੇ। ਤਾਂ ਜ਼ਹਿਰ ਦੇਣੀ ਸ਼ੁਰੂ ਕਰਤੀ, ਤੇ ਉਸ ਤੋਂ ਬਾਅਦ ਨੌ ਨਿਹਾਲ ਸਿੰਘ ਨੂੰ ਪਤਾ ਲੱਗ ਗਿਆ ਵੀ ਹਾਂ ਜਿਹੜੇ ਧਿਆਨ ਸਿੰਘ ਦੇ ਜਿਹੜੇ ਹੈਗੇ ਆ ਜਿਹੜੇ ਇਰਾਦੇ ਨੇਕ ਨਹੀਂ ਲੱਗਦੇਗੇ। ਤਾਂ ਨੌ ਨਿਹਾਲ ਸਿੰਘ ਜੀ ਨੇ ਮਤਲਬ ਕਿ ਸਾਰਿਆਂ ਨੂੰ ਲੈਟਰ, ਜਿਵੇਂ ਉਸ ਟਾਈਮ ਤੇ ਚਿੱਠੀ ਆਉਂਦੀ ਸੀਗੀ, ਪੱਤਰ ਜਾਰੀ ਕਰਤਾ, ਸਰਕਾਰੀ ਫਰਮਾਨ ਜਾਰੀ ਕਰਤਾ ਵੀ ਅੱਜ ਤੋਂ ਬਾਅਦ ਮੈਂ ਆ ਮਤਲਬ ਕਿ ਰਾਜਾ। ਤੇ ਇਹਦੇ ਵਿੱਚ ਨੌ ਨਿਹਾਲ ਸਿੰਘ ਦੇ ਵਿੱਚ ਗੁਣ ਵੀ ਬਹੁਤ ਸੀਗੇ। ਐਂ ਕਿਹਾ ਜਾਂਦਾ ਸੀਗਾ ਕਿ ਦੂਜੀ ਰੂਹ ਹੀ ਸੀਗੇ ਰਣਜੀਤ ਸਿੰਘ ਜੀ ਦੀ, ਮਤਲਬ ਕਿ ਇਹਨਾਂ ਨੇ ਰਾਜ ਭਾਗ ਸੰਭਾਲਦੇ ਸਾਰੇ ਕੀ ਕੀਤਾ ਸੀਗਾ, ਕਾਫੀ ਲੜਾਈਆਂ ਵੀ ਲੜੀਆਂ ਇਹਨਾਂ ਨੇ ਇੱਕ ਦੋ, ਤੇ ਜਿੱਤੀਆਂ ਵੀ ਨੇ, ਠੀਕ ਹੈ ਜੀ। ਤਾਂ ਕਹਿਣ ਦਾ ਮਤਲਬ ਕਿ ਜਿਹੜੀ ਫੌਜ ਸੀਗੀ ਉਹ ਇਹਨਾਂ ਨੂੰ ਬਹੁਤ ਲਾਈਕ ਕਰਦੀ ਸੀ, ਕਿਉਂਕਿ ਇਹ ਵੀ ਬਹੁਤ ਬਹਾਦਰ ਬੰਦੇ ਸੀਗੇ ਕੁੰਵਰ ਨੌ ਨਿਹਾਲ ਸਿੰਘ। ਤੇ 1840 ਈਸਵੀ ਦੇ ਵਿੱਚ ਕੀ ਹੋ ਗਿਆ ਜੀ, ਖੜਕ ਸਿੰਘ ਦੀ ਮੌਤ ਹੋ ਗਈ। ਤਾਂ ਪੁੱਤਰ ਨੌ ਨਿਹਾਲ ਸਿੰਘ ਜਿਹੜੇ ਹੈਗੇ ਨੇ ਉਹ ਕੁੰਵਰ ਨੌ ਨਿਹਾਲ ਸਿੰਘ ਕਹਿੰਦੇ ਉਹਨਾਂ ਨੂੰ, ਠੀਕ ਹੈ ਜੀ, ਆਹ ਨੇ, ਤੇ ਇਹ ਬਣ ਗਏ ਸੀਗੇ ਰਾਜੇ। ਤਾਂ ਹੁਣ ਖੜਕ ਸਿੰਘ ਤੋਂ ਬਾਅਦ ਕੌਣ ਬਣ ਗਏ ਨੇ, ਉਹਨਾਂ ਦੇ ਪੁੱਤਰ ਨੌ ਨਿਹਾਲ ਸਿੰਘ, ਤੇ ਇਹਨਾਂ ਦੀ ਮਦਰ ਕੌਣ ਨੇ, ਚੰਦ ਕੌਰ। ਚੰਦ ਕੌਰ ਦਾ ਅੱਗੇ ਜ਼ਿਕਰ ਆਊਗਾ, ਚੰਦ ਕੌਰ ਦੀ ਜਦੋਂ ਇਹਨਾਂ ਦੀ ਡੈਥ ਹੋ ਜਾਊਗੀ ਉਹਦੇ ਚੰਦ ਕੌਰ ਦਾ ਜ਼ਿਕਰ ਆਊਗਾ। ਹੁਣ ਗੱਲ ਇਹ ਹੈ, ਗੱਲ ਇਵੇਂ ਆ ਕਿ ਜਿਹੜੀ ਨੌ ਨਿਹਾਲ ਸਿੰਘ ਤੇ ਖੜਕ ਸਿੰਘ ਦੀ ਆਪਸ ਵਿੱਚ ਕਦੇ ਨਹੀਂ ਬਣੀ, ਬਟ ਦੇਖੋ ਦੋਨਾਂ ਦੀ ਡੈਥ ਜਿਹੜੀ ਹੈਗੀ ਆ ਬਹੁਤ ਨਜ਼ਦੀਕ ਹੁੰਦੀ ਹੈ। ਕਿਹਾ ਜਾਂਦਾ ਵੀ ਦੋਨਾਂ ਦੇ ਜਿਹੜੇ ਵਿਚਾਰਿਆਂ ਦੇ ਸਿਵੇ ਆ ਇਕੱਠੇ ਬਾਲਣ ਵਾਲਾ ਕੰਮ ਸੀਗਾ, ਤੇ ਉਹਨਾਂ ਦੀਆਂ ਜਿਹੜੀਆਂ ਅਸਥੀਆਂ ਜਿਹੜੀਆਂ ਹਰਿਦੁਆਰ ਜਾ ਕੇ ਪਾਈਆਂ ਗਈਆਂ ਉਹ ਵੀ ਇਕੱਠੀਆਂ ਪਾਈਆਂ ਗਈਆਂ ਸੀਗੀਆਂ। ਤਾਂ ਗੱਲ ਕਰਦੇ ਹਾਂ ਜੀ ਨੌ ਨਿਹਾਲ ਸਿੰਘ ਦੀ। ਨੌ ਨਿਹਾਲ ਸਿੰਘ ਜਿਹੜੇ ਹੈਗੇ ਜੀ, ਇੱਕ ਇਤਿਹਾਸ ਜ਼ਿਕਰ ਆਉਂਦਾ ਜਿਹੜਾ ਉਹਨਾਂ ਦਾ ਵਿਆਹ ਹੋਇਆ ਸ਼ਾਮ ਸਿੰਘ ਟਾਰੇਵਾਲੀ ਦੀ ਪੁੱਤਰੀ ਜਿਹੜੀ ਸੀਗੀ ਨਾਨਕੀ ਕੌਰ ਨਾਨਕੀ ਕੌਰ ਉਹਨਾਂ ਦਾ ਨਾਮ ਹੈ। ਤਾਂ ਉਹਨਾਂ ਨਾਲ ਹੋਇਆ ਸੀ ਵਿਆਹ। ਤੇ ਵਿਆਹ ਜਦੋਂ ਹੋਇਆ ਸੀ ਮਤਲਬ ਕਿ ਉਹਨਾਂ ਦੀ ਸ਼ਾਮ ਸਿੰਘ ਟਾਰੀ ਜੀ ਦੀ ਬੇਟੀ ਨਾਲ ਹੋਇਆ ਸੀਗਾ। ਤੇ ਜਦੋਂ ਗੱਦੀ ਤੇ ਬੈਠੇ ਸੀਗੇ ਬਹੁਤ ਛੋਟੀ ਉਮਰ ਸੀਗੀ, 19 ਸਾਲ ਦੇ ਸੀਗੇ, ਠੀਕ ਹੈ। ਬਟ ਉਹ ਬਹੁਤ ਜ਼ਿਆਦਾ ਕਾਬਲ ਸ਼ਾਸਕ ਸੀਗੇ, ਅੱਛੇ ਬੰਦੇ ਸੀਗੇ, ਮਤਲਬ ਕਿ ਅਭਿਸ਼ਾਲੀ ਯੁਵਕ ਕਹਿ ਸਕਦੇ ਹਾਂ, ਠੀਕ ਹੈ। ਨਿਪੁੰਨਤਾ ਨਾਲ ਭਰਪੂਰ ਸੀਗਾ ਬੰਦਾ। ਕਹਿਣ ਦਾ ਮਤਲਬ ਕਿ ਦੁਬਾਰਾ ਉਹ ਰਾਜ ਭਾਗ ਸੰਭਾਲ ਸਕਦੇ ਸੀਗੇ ਜੋ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿਸ ਤਰ੍ਹਾਂ ਮਤਲਬ ਕਿ ਬਣਾ ਕੇ ਦਿੱਤਾ ਸੀਗਾ। ਬਟ ਪ੍ਰੋਬਲਮ ਕੀ ਸੀਗੀ, ਦੇਖੋ ਅੰਦਰ ਦੋ ਗਰੁੱਪ ਬਣੇ ਹੋਏ ਸੀਗੇ। ਉਹ ਗਰੁੱਪ ਜਿਹੜੇ ਸੀਗੇ ਉਹਨਾਂ ਨੂੰ ਰਾਜ ਭਾਗ ਨਾਲ ਕੋਈ ਮਤਲਬ ਨਹੀਂ ਸੀਗਾ, ਉਹਨਾਂ ਨੂੰ ਆਪਣੀ ਚੌਧਰ ਨਾਲ ਸੀਗਾ, ਆਪਣਾ ਟੈਕਸ ਦੇ ਨਾਲ ਸੀਗਾ, ਆਪਣਾ ਪੈਸਾ ਇਕੱਠਾ ਕਰਨ ਦੇ ਵਿੱਚ ਸੀਗਾ, ਠੀਕ ਹੈ। ਸਿਰਫ ਉਹ ਕੀ ਹੈ, ਦੋ ਗਰੁੱਪ ਦੇ ਵਿੱਚ ਵੰਡੇ ਗਏ ਸੀਗੇ। ਤਾਂ ਕਹਿੰਦੇ ਜੀ ਉਸਨੇ ਕਹਿੰਦਾ ਜਿਹੜਾ ਇਹ ਨੌ ਨਿਹਾਲ ਸਿੰਘ ਜੀ ਨੇ ਕਹਿੰਦੇ ਜਿਹੜੀ ਕਾਨੂੰਨੀ ਵਿਵਸਥਾ ਉਹਨੂੰ ਸੁਧਾਰਿਆ ਵੀ ਸੀਗਾ, ਤੇ ਬੜੇ ਘੱਟ ਟਾਈਮ ਦੇ ਵਿੱਚ ਕੀ ਸੀਗੇ ਉਹਨਾਂ ਨੇ ਬਹੁਤ ਜ਼ਿਆਦਾ ਕੀ ਆਪਣਾ ਪ੍ਰਭਾਵ ਛੱਡਤਾ ਸੀ ਲੋਕਾਂ ਦੇ ਉੱਪਰ, ਪ੍ਰਜਾ ਦੇ ਉੱਪਰ। ਬਟ ਕਹਿੰਦੇ ਬਦਕਿਸਮਤੀ ਨਾਲ ਉਹਨਾਂ ਦੀ ਛੇਤੀ ਮੌਤ ਹੋ ਗਈ। ਜਿਹੜੀ ਮੌਤ ਦਾ ਕਾਰਨ ਵੀ ਬਣਦਾ ਉਹਨਾਂ ਦੇ ਪਿੱਛੇ ਇੱਕ ਕੰਟਰੋਵਰਸੀ ਹੈ ਕਿ ਜਦੋਂ ਉਹ ਮਤਲਬ ਕਿ ਜਦੋਂ ਉਹਨਾਂ ਦੇ ਡੈਡੀ ਦੀ ਡੈਥ ਹੁੰਦੀ ਹੈ ਨਾ, ਜਦੋਂ ਉਹਦੇ ਫਾਦਰ ਸਾਹਿਬ ਦੀ ਡੈਥ ਹੁੰਦੀ ਹੈ, ਤਾਂ ਉਹਨਾਂ ਨੂੰ ਅਹਿਸਾਸ ਹੁੰਦਾ ਵੀ ਹਾਂ ਯਾਰ ਮੈਂ ਇੱਕ ਚੰਗਾ ਮਤਲਬ ਕਿ ਬੱਚਾ ਨਹੀਂ ਬਣ ਸਕਿਆ, ਚੰਗਾ ਪੁੱਤਰ ਨਹੀਂ ਬਣ ਸਕਿਆ ਰਾਜਾ, ਚਾਹੇ ਮੈਂ ਚੰਗਾ ਬਣ ਗਿਆ। ਤਾਂ ਉਹਨਾਂ ਨੂੰ ਇੱਕ ਮਤਲਬ ਕਿ ਅਹਿਸਾਸ ਹੋਇਆ ਯਾਰ ਮੈਨੂੰ ਆਪਣੇ ਪੁੱਤਰ ਮਤਲਬ ਕਿ ਆਪਣੇ ਪਿਓ ਦੇ ਨਾਲ ਰਹਿਣਾ ਚਾਹੀਦਾ ਸੀ, ਜਦ ਕਿ ਉਹ ਅਲੱਗ ਰਹਿੰਦੇ ਸੀਗੇ। ਤਾਂ ਉਹ ਆਪਣੇ ਪਿਓ ਦੀ ਹਵੇਲੀ ਵਾਪਸ ਜਾਂਦੇ ਆ। ਜਦੋਂ ਉਹਦੇ ਪਿਓ ਦੀ ਹਵੇਲੀ ਵਾਪਸ ਜਾਂਦੇ ਉੱਥੇ ਕੀ ਦੇਖਦੇ ਆ ਕਿ ਯਾਰ ਉੱਥੇ ਜਾ ਬਹੁਤ ਜ਼ਿਆਦਾ ਮਤਲਬ ਕਿ ਸਾਜ਼ਿਸ਼ ਚੱਲ ਰਹੀ ਹੁੰਦੀ ਆ, ਬਹੁਤ ਜ਼ਿਆਦਾ ਮਤਲਬ ਕਿ ਆਪਸ ਵਿੱਚ ਕੀ ਗਰੁੱਪ ਬਣੇ ਹੁੰਦੇ ਆ। ਤਾਂ ਉੱਥੇ ਹੀ ਇਹਨਾਂ ਮਤਲਬ ਕਿ ਸਾਜ਼ਿਸ਼ ਦੇ ਦੌਰਾਨ ਹੀ ਕੀ ਕਰਦੇ, ਕਈ ਇਤਿਹਾਸ ਜ਼ਿਕਰ ਆਉਂਦਾ ਵੀ ਧਿਆਨ ਸਿੰਘ ਡੋਗਰੇ ਨੇ ਮਰਵਾਏ ਆ, ਕੁਛ ਇਤਿਹਾਸ ਜ਼ਿਕਰ ਆਉਂਦਾ ਕਿ ਦੂਜੇ ਗਰੁੱਪ ਨੇ ਮਰਵਾਤੇ, ਠੀਕ ਹੈ ਜੀ। ਕਹਿਣ ਦਾ ਮਤਲਬ ਕਿ ਇਹਨਾਂ ਦੀ ਸਾਜ਼ਿਸ਼ ਨਾਲ ਕੀ ਹੋ ਗਈ ਸੀ, ਮੌਤ ਹੋ ਗਈ ਸੀ। ਇਹਨਾਂ ਦੇ ਸਿਰ ਤੇ ਕੀ ਗੇਟ ਦਿੱਤਾ ਸੀਗਾ, ਜਿਵੇਂ ਮੰਨ ਲਓ ਕਿ ਐਂਟਰੀ ਗੇਟ ਹੁੰਦਾ, ਜਿਵੇਂ ਮੰਨ ਲਓ ਕਿਲੇ ਦਾ ਐਂਟਰੀ ਗੇਟ ਹੈ, ਇਹ ਲੰਘ ਰਹੇ ਸੀਗੇ, ਨਾਲ ਧਿਆਨ ਸਿੰਘ ਡੋਗਰਾ ਵੀ ਸੀਗਾ ਤੇ ਧਿਆਨ ਸਿੰਘ ਦਾ ਭਾਂਜਾ ਵੀ ਸੀਗਾ। ਤਾਂ ਧਿਆਨ ਸਿੰਘ ਦਾ ਭਾਂਜਾ ਵੀ ਮਰ ਗਿਆ ਸੀ, ਇਹ ਬਹੁਤ ਜ਼ਖਮੀ ਹੋ ਗਏ ਸੀਗੇ, ਠੀਕ ਹੈ ਜੀ। ਨੌ ਨਿਹਾਲ ਸਿੰਘ ਤੇ ਧਿਆਨ ਸਿੰਘ ਡੋਗਰਾ ਆਪ ਬਚ ਗਿਆ ਸੀ, ਮਾਮੂਲੀ ਸੱਟਾਂ ਵੱਜੀਆਂ ਸੀਗੀਆਂ। ਤਾਂ ਕਹਿਣ ਦਾ ਮਤਲਬ ਡੈਥ ਹੋ ਗਈ ਸੀ, ਛੱਜਾ ਗਿਰ ਗਿਆ ਸੀ, ਜਿਹਨੂੰ ਆਪਾਂ ਕਹਿ ਦਿੰਦੇ ਛੱਜਾ ਕੀ ਹੁੰਦਾ, ਛੱਤ ਗਿਰ ਗਈ ਸੀ, ਜਿਹਨੂੰ ਆਪਾਂ ਕਹਿ ਦਿੰਦੇ ਛੱਜਾ, ਠੀਕ ਹੈ ਜੀ। ਤਾਂ ਉਹ ਇਤਿਹਾਸ ਜ਼ਿਕਰ ਵੀ ਆਉਂਦਾ ਛੱਜਾ ਨਹੀਂ ਗਿਰਿਆ ਭਾਈ, ਉਦੋਂ ਕਿਸਮਤ ਦਾ ਛੱਜਾ ਗਿਰ ਗਿਆ ਸੀ ਆਪਣੇ ਪੰਜਾਬ ਦਾ, ਕਿਉਂਕਿ ਇਹੀ ਬੰਦਾ ਸੀ ਜਿਹੜਾ ਸੰਭਾਲ ਸਕਦਾ ਸੀ, ਤੇ ਸਾਰੇ ਪੁੱਤਰਾਂ ਦੇ ਵਿੱਚੋਂ ਲਾਇਕ ਵੀ ਇਹੀ ਬੰਦਾ ਸੀ। ਬਟ ਇਹਦੀ ਡੈਥ ਹੋ ਗਈ ਹੈ। ਜਦੋਂ ਡੈਥ ਹੋ ਗਈ ਹੈ ਭਾਈ, ਹੁਣ ਕੀ ਹੋਊਗਾ, ਹੁਣ ਦੇਖੋ ਅੱਗੇ ਘਟਮਾਸ ਪੈ ਜਾਊਗਾ ਵੀ ਹੁਣ ਕਿਹਨੂੰ ਰਾਜਾ ਬਣਾਇਆ ਜਾਵੇ। ਤਾਂ ਫਿਰ ਜ਼ਿਕਰ ਆਉਂਦਾ ਜੀ ਚੰਦ ਕੌਰ ਦਾ। ਚੰਦ ਕੌਰ ਕੌਣ ਸੀਗੀ, ਇਹਦੀ ਮਾਂ ਸੀਗੀ, ਠੀਕ ਹੈ ਜੀ, ਨੌ ਨਿਹਾਲ ਸਿੰਘ ਦੀ ਤੇ ਖੜਕ ਸਿੰਘ ਦੀ ਪਤਨੀ। ਤੇ ਇਹ ਮਤਲਬ ਕਿ ਇਹਨੂੰ ਵੀ ਉਂਗਲਾਂ ਦਿੱਤੀਆਂ ਗਈਆਂ, ਕਿਹਨੂੰ, ਇਹਨਾਂ ਨੂੰ ਉਂਗਲਾਂ ਲਗਾਈਆਂ ਗਈਆਂ। ਉਂਗਲਾਂ ਕੌਣ ਲਗਾਉਂਦਾ ਸੀਗਾ, ਇਹਨਾਂ ਨੂੰ ਉਂਗਲ ਲਗਾਈ ਹੈ ਆਪਣੇ ਧਿਆਨ ਸਿੰਘ ਡੋਗਰੇ ਨੇ। ਧਿਆਨ ਸਿੰਘ ਡੋਗਰੇ ਨੇ ਮਤਲਬ ਕਿ ਇਹਨਾਂ ਨਾਲ ਮਿਲਣ ਦੀ ਪੂਰੀ ਕੋਸ਼ਿਸ਼ ਕੀਤੀ, ਠੀਕ ਹੈ ਜੀ। ਤਾਂ ਵੀ ਉਹ ਚਾਹੁੰਦਾ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਕੀ ਹੈ ਮਤਲਬ ਕਿ ਇਹ ਮੇਰੇ ਨਾਲ ਬਣੀ ਰਵੇ, ਠੀਕ ਹੈ। ਤਾਂ ਕਹਿੰਦੇ ਜੀ ਆਪਣੇ ਪਤੀ ਖੜਕ ਸਿੰਘ ਦੀ ਮੌਤ ਦਾ ਨਵੰਬਰ 1840 ਵਿੱਚ ਪੁੱਤਰ ਤੇ ਨੌ ਨਿਹਾਲ ਸਿੰਘ ਦੀ ਮੌਤ ਮਗਰੋਂ ਚੰਦ ਕੌਰ ਨੇ ਕੀ ਕੀਤਾ, ਆਪਣਾ ਹੱਕ ਜਤਾਇਆ ਵੀ ਹੁਣ ਮੇਰਾ ਹੱਕ ਬਣਦਾ, ਕਿਉਂਕਿ ਇਸ ਤੋਂ ਬਾਅਦ ਵੱਡੀ ਮੈਂ ਹੀ ਹਾਂ, ਠੀਕ ਹੈ।
ਤਾਂ ਇਹ ਆਪਣਾ ਹੱਕ ਮਤਲਬ ਕਿ ਜਿਤਾਉਣਾ ਚਾਹੁੰਦੇ ਸੀ। ਬਟ ਜਿਹੜੇ ਸ਼ੇਰ ਸਿੰਘ ਸੀਗੇ, ਸ਼ੇਰ ਸਿੰਘ ਕੌਣ ਸੀਗਾ? ਸ਼ੇਰ ਸਿੰਘ ਜਿਹੜਾ ਸੀਗਾ ਦੂਸਰਾ ਪੁੱਤਰ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਦਾ। ਇਹ ਕਹਿੰਦਾ ਸੀ ਯਾਰ ਅਸਲੀ ਵਾਰਿਸ ਮੈਂ ਆ। ਇਹ ਕਹਿੰਦਾ ਅਸਲੀ ਵਾਰਿਸ ਮੈਂ ਆ, ਕਿਉਂ? ਕਿਉਂਕਿ ਇਹ ਸੀਗਾ ਮਹਿਤਾਬ ਕੌਰ ਦਾ ਬੇਟਾ। ਮਹਿਤਾਬ ਕੌਰ ਕੌਣ ਹੈ? ਮਹਿਤਾਬ ਕੌਰ ਪਹਿਲੀ ਪਤਨੀ ਆ ਜਿਹਨੂੰ ਆਪਣੀ ਮਹਾਰਾਣੀ ਦਾ ਕੀ ਖਿਤਾਬ ਮਿਲਿਆ ਹੋਇਆ, ਸਭ ਤੋਂ ਪਹਿਲੀ ਪਤਨੀ, ਠੀਕ ਹੈ ਜੀ। ਤਾਂ ਇਹ ਮਹਿਤਾਬ ਕੌਰ ਦਾ ਬੇਟਾ ਸੀ। ਸ਼ੇਰ ਸਿੰਘ ਕਹਿੰਦਾ ਸੀ ਨਹੀਂ ਮੇਰਾ ਹੱਕ ਬਣਦਾ ਹੈ। ਬਟ ਚੰਦ ਕੌਰ ਕਹਿੰਦੀ ਜੀ ਮੇਰਾ ਪਤੀ ਵੀ, ਮੇਰਾ ਪੁੱਤਰ ਵੀ ਡੈਥ ਹੋ ਗਈ ਹੈ, ਤਾਂ ਰਾਜਗੱਦੀ ਤੇ ਮੇਰਾ ਹੱਕ ਬਣਦਾ ਹੈ। ਤਾਂ ਕਹਿੰਦੇ ਜੀ ਉਸ ਟਾਈਮ ਤੇ ਕਹਿੰਦੇ ਜੀ ਮਹਾਰਾਜਾ ਰਣਜੀਤ ਸਿੰਘ ਜੀ ਜਿਹੜੇ ਛੋਟੇ ਛੋਟੇ ਪੁੱਤਰ ਆ ਸ਼ੇਰ ਸਿੰਘ, ਉਹਨਾਂ ਨੂੰ ਲਲਕਾਰਿਆ ਗਿਆ। ਤੇ ਇਹ ਉਹਨੂੰ ਕਹਿੰਦੀ, ਸ਼ੇਰ ਸਿੰਘ ਨੂੰ ਕਹਿੰਦੀ ਵੀ ਜਿਹੜੀ ਮੇਰੀ ਨੌਂ ਹੈਗੀ ਹੈ ਉਸ ਟਾਈਮ ਤੇ, ਜਿਹੜੀ ਸਾਹਿਬ ਕੌਰ ਨੌਂ ਸੀਗੀ, ਠੀਕ ਹੈ ਜੀ, ਉਹ ਕਹਿੰਦੇ ਜੀ, ਇਹ ਕਹਿੰਦੇ ਜੀ ਜਿਹੜੀ ਉਹ ਗਰਭਵਤੀ ਸੀਗੀ ਤੇ ਉਹਨੂੰ ਅਣਜੰਮੇ ਵਾਰਿਸ ਜਿਹੜਾ ਹੈਗਾ ਉਹਨੂੰ ਮਤਲਬ ਕਿ ਬਣਾਓ। ਠੀਕ ਹੈ, ਕਹਿਣ ਦਾ ਮਤਲਬ ਇਹ ਕਹਿੰਦੀ ਸੀਗੀ ਜਿਹੜੀ ਮੇਰੀ ਨੌਂ ਹੈ ਉਹਦੇ ਜਿਹੜੇ ਪੇਟ ਦੇ ਵਿੱਚ ਬੱਚਾ ਪਲ ਰਿਹਾ ਤਾਂ ਉਹ ਅਸਲੀ ਵਾਰਿਸ ਹੈ ਇਸ ਸ਼ਾਸਨ ਦਾ। ਬਟ ਕੀ ਹੈ ਜੀ, ਇਹ ਹੌਲੀ ਹੌਲੀ ਦੇਖੋ ਰਾਜ ਭਾਗ ਤਾਂ ਨਹੀਂ ਇਹਨੂੰ ਮਿਲਿਆ, ਚੰਦ ਕੌਰ ਨੂੰ ਕਹਿ ਸਕਦੇ ਹਾਂ ਆਪਾਂ, ਪਰ ਇਹ ਇੱਕ ਖਿਤਾਬ ਲੈ ਲੈਂਦੀ ਹੈ। ਠੀਕ ਹੈ, ਜਿਵੇਂ ਮਹਾਰਾਣੀ ਦਾ ਖਿਤਾਬ ਮਤਲਬ ਕਿ ਕਹਿ ਦਿੰਦੇ ਆ ਕਿ ਜਿਵੇਂ ਜਿਵੇਂ ਕੁਛ ਨਾ ਕੁਛ ਕਹਿੰਦੇ ਵੀ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਵਾਲਾ ਕੰਮ ਕਰ ਲਿਆ ਸੀ। ਇਹ ਕਹਿੰਦੀ ਵੀ ਚਲੋ ਕੁਛ ਨਾ ਕੁਛ ਤਾਂ ਮਿਲਿਆ। ਤਾਂ ਕਹਿਣ ਦਾ ਭਾਵ ਇਹ ਚੰਦ ਕੌਰ ਦਾ ਜ਼ਿਕਰ ਤਾਂ ਆਉਂਦਾ ਹੈ। ਤਾਂ ਕੁਛ ਦੇਰ ਵਾਸਤੇ ਇਹਨੇ ਬਾਗਡੋਰ ਸੰਭਾਲੀ ਸੀਗੀ। ਤਾਂ ਕਹਿੰਦੇ ਜੀ ਧਿਆਨ ਸਿੰਘ ਇਸ ਵਿਦਰੋਹ ਨੂੰ ਕਹਿੰਦਾ ਦਬਾਉਣ ਦੇ ਵਿੱਚ ਕਾਮਯਾਬ ਰਿਹਾ, ਪਰ ਉਸਨੂੰ ਇਕਰਾਰਨਾਮਾ ਕਰਨਾ ਪਿਆ। ਧਿਆਨ ਸਿੰਘ ਨੇ ਕੀ ਕੀਤਾ ਵੀ ਜਿਹੜੀ ਚੰਦ ਕੌਰ ਹੈ ਨਾ, ਚੰਦ ਕੌਰ ਦੇ ਨਾਲ ਇੱਕ ਇਕਰਾਰਨਾਮਾ ਕਰ ਲਿਆ ਵੀ ਉਹਨੂੰ ਕਹਿੰਦਾ ਵੀ ਤੂੰ ਰਾਣੀ ਬਣ ਜਾ, ਮਤਲਬ ਕਿ ਮਹਾਰਾਣੀ ਦਾ ਖਿਤਾਬ ਦੇਤਾ ਉਹਨੂੰ, ਠੀਕ ਹੈ, ਤੂੰ ਰਾਣੀ ਬਣ ਜਾ ਤੇ ਜਿਹੜਾ ਮੇਰਾ ਮੁੰਡਾ ਹੋਊਗਾ ਉਹਨੂੰ ਤੂੰ ਕੀ ਕਰ ਦੇ, ਗੱਦੀ ਤੇ ਬਿਠਾ ਦੇ। ਠੀਕ ਹੈ ਜੀ। ਤਾਂ ਧਿਆਨ ਸਿੰਘ ਚਾਹੁੰਦਾ ਸੀ ਜਿਹੜੇ ਚੰਦ ਕੌਰ ਹੈ ਨਾ ਉਸਦਾ ਪੁੱਤਰ ਜਿਹੜਾ ਹੀਰਾ ਸਿੰਘ ਹੈ, ਧਿਆਨ ਸਿੰਘ ਦਾ ਡੋਗਰੇ ਦਾ ਮੁੰਡਾ ਹੀਰਾ ਸਿੰਘ ਡੋਗਰਾ, ਉਹਨੂੰ ਗੋਦ ਲੈ ਲਵੇ ਤੇ ਉਹਨੂੰ ਰਾਜਗੱਦੀ ਦਾ ਕੀ ਮੰਨੇ, ਉੱਤਰਾਧਿਕਾਰੀ ਮੰਨੇ। ਪਰ ਚੰਦ ਕੌਰ ਨੇ ਜੈ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਇਨਕਾਰ ਕੀਤਾ ਤਾਂ ਦੇਖੋ ਜੋ ਜਿਹੜਾ ਡੋਗਰਾ ਹੈਗਾ ਉਹ ਤਾਂ ਪਹਿਲਾਂ ਹੀ ਬਹੁਤ ਖਤਰਨਾਕ ਬੰਦਾ ਹੈ। ਤਾਂ ਉਹਨੇ 11 ਜੂਨ 1842 ਨੂੰ ਕੀ ਕੀਤਾ, ਮਤਲਬ ਕਿ ਕਹਿੰਦੇ ਆ ਮਤਲਬ ਕਿ ਉਹਨੇ ਕਤਲ ਕਰ ਦਿੱਤਾ। ਚਾਹੇ ਉਹ ਲੱਕੜੀ ਨਾਲ ਮਾਰਿਆ, ਜਿਸ ਨਾਲ ਮਰਜ਼ੀ ਮਾਰਿਆ, ਕਹਿਣ ਦਾ ਭਾਵ ਕਿ ਚੰਦ ਕੌਰ ਦਾ ਵੀ ਕੀ ਹੋ ਗਿਆ, ਇੱਥੇ ਕਤਲ ਹੋ ਗਿਆ। ਤਾਂ ਧਿਆਨ ਸਿੰਘ ਡੋਗਰਾ ਚੱਲ ਰਿਹਾ ਹੁਣ ਨਾਲ ਨਾਲ, ਤਾਂ ਕਤਲ ਹੋ ਗਿਆ ਜੀ। ਹੁਣ ਆਪਾਂ ਅੱਗੇ ਦੇਖਦੇ ਹਾਂ, ਅੱਗੇ ਆ ਗਿਆ ਜੀ ਸ਼ੇਰ ਸਿੰਘ। ਜਦੋਂ ਕਤਲ ਹੋ ਗਿਆ ਤਾਂ ਸ਼ੇਰ ਸਿੰਘ ਨੂੰ ਬਿਠਾਇਆ ਗਿਆ। ਸ਼ੇਰ ਸਿੰਘ ਐਕਚੁਅਲ ਦੇ ਵਿੱਚ ਆਪ ਨਹੀਂ ਬੈਠਿਆ ਗਿਆ, ਇਹਦੇ ਨਾਲ ਇੱਕ ਅੰਗਰੇਜ਼ ਬੰਦਾ ਸੀਗਾ, ਉਹਦੀ ਹੈਲਪ ਦੇ ਨਾਲ ਇਹ ਬੈਠਿਆ ਸੀਗਾ। ਤਾਂ ਸ਼ੇਰ ਸਿੰਘ ਨੇ ਗੱਦੀ ਸੰਭਾਲ ਲਈ ਆ। ਸ਼ੇਰ ਸਿੰਘ ਨੇ ਜਦੋਂ ਗੱਦੀ ਸੰਭਾਲ ਲਈ, ਭਾਈ ਕਹਿੰਦੇ ਜੀ ਜਿਹੜਾ ਸ਼ੇਰ ਸਿੰਘ ਆ ਉਹਨੇ 1845 ਨੂੰ ਰਾਜ ਭਾਗ ਸੰਭਾਲਿਆ। ਤਾਂ ਧਿਆਨ ਸਿੰਘ ਜਿਹੜਾ ਮੁੱਖ ਮੰਤਰੀ ਬਣਾਇਆ ਗਿਆ ਦੁਬਾਰਾ। ਇਹਨੇ ਧਿਆਨ ਸਿੰਘ ਨੂੰ ਕੀ ਲੈ ਲਿਆ, ਆਪਣੇ ਅੰਡਰ ਲੈ ਲਿਆ ਹਨਾ। ਇਹਨੂੰ ਪਤਾ ਸੀਗਾ ਕਿ ਜੇ ਮੈਂ ਇਹਨੂੰ ਨਾਲ ਰੱਖੂੰਗਾ ਤਾਂ ਹੀ ਗੱਲ ਬਣੂਗੀ। ਤਾਂ ਇਹਨਾਂ ਨੇ ਧਿਆਨ ਸਿੰਘ ਨੂੰ ਕੀ ਬਣਾ ਲਿਆ, ਆਪਣਾ ਮੁੱਖ ਮੰਤਰੀ ਬਣਾ ਲਿਆ। ਤੇ ਪਰ ਉਸਦੇ ਜਿਹੜੇ ਗਲਤ ਵਿਵਹਾਰ ਸੀਗੇ, ਕਿਉਂਕਿ ਗਲਤ ਬੰਦਾ ਸੀਗਾ ਧਿਆਨ ਸਿੰਘ ਡੋਗਰਾ, ਤਾਂ ਪਰ ਉਹਨੇ ਜਿਹੜੇ ਗਲਤ ਜਿਹੜਾ ਉਹਦਾ ਨੇਚਰ ਗਲਤ ਸੀਗਾ, ਤਾਂ ਸ਼ੇਰ ਸਿੰਘ ਵੀ ਉਹ ਤੋਂ ਕੀ ਹੋ ਗਿਆ, ਕ੍ਰੋਧਿਤ ਹੋ ਗਿਆ, ਮਤਲਬ ਗੁੱਸੇ ਹੋ ਗਿਆ। ਤਾਂ ਕਹਿੰਦੇ ਜੀ ਸ਼ੇਰ ਸਿੰਘ ਦਾ ਧਿਆਨ ਵਿੱਚ ਹੌਸਲਾ ਘਟਦਾ ਦੇਖ ਕੇ ਕਹਿੰਦਾ ਜਦੋਂ ਸ਼ੇਰ ਸਿੰਘ ਤੇ ਧਿਆਨ ਸਿੰਘ ਦੀ ਬਣਦੀ ਨਹੀਂ ਸੀਗੀ, ਤਾਂ ਅੰਗਰੇਜ਼ੀ ਹਕੂਮਤ ਨੂੰ ਕੀ ਮਿਲ ਗਿਆ, ਮੌਕਾ ਮਿਲ ਗਿਆ। ਤਾਂ ਉਹਨਾਂ ਨੇ ਇੱਕ ਦੋਸਤੀ ਦਾ ਪ੍ਰਗਟਾਵਾ ਕੀਤਾ ਕਿਹਦੇ ਕੋਲੇ, ਸ਼ੇਰ ਸਿੰਘ ਕੋਲੇ। ਉਹ ਕਹਿੰਦੇ ਤੁਸੀਂ ਐਂ ਕਰੋ, ਜਿਹੜਾ ਅਜੀਤ ਸਿੰਘ ਸੰਧਾਵਾਲੀਆ, ਦੇਖੋ ਸੰਧਾਵਾਲੀਆ ਸਰਦਾਰ ਦੇ ਵਿੱਚ ਤੁਹਾਨੂੰ ਮੈਂ ਜ਼ਿਕਰ ਦੱਸਿਆ ਸੀ ਅਜੀਤ ਸਿੰਘ ਸੰਧਾਵਾਲੀਆ ਦਾ। ਉਹ ਕਹਿੰਦੇ ਜਿਹੜਾ ਅਜੀਤ ਸਿੰਘ ਸੰਧਾਵਾਲੀਆ ਜਾਂ ਅਤਰ ਸਿੰਘ ਹੈ, ਜਿਨ੍ਹਾਂ ਦੇ ਸੰਬੰਧ ਕਹਿੰਦਾ ਮਤਲਬ ਧਿਆਨ ਸਿੰਘ ਨਾਲ ਵਧੀਆ ਨਹੀਂ ਸੀਗੇ। ਦੂਸਰਾ ਗਰੁੱਪ ਤੁਹਾਨੂੰ ਮੈਂ ਦੱਸਿਆ ਸੀ ਨਾ, ਦੋ ਗਰੁੱਪ ਬਣ ਗਏ ਆ। ਪਹਿਲਾ ਗਰੁੱਪ ਤਾਂ ਕੀ ਹੈ, ਡੋਗਰਾ ਹੈ। ਤਾਂ ਡੋਗਰੇ ਨਾਲ ਤਾਂ ਬਣਦੀ ਨਹੀਂ ਸੀਗੀ ਸ਼ੇਰ ਸਿੰਘ ਦੀ। ਤਾਂ ਜਦੋਂ ਦੂਸਰੇ ਇੱਕ ਗਰੁੱਪ ਨਾਲ ਨਹੀਂ ਬਣਦੀ, ਓਬਵੀਅਸ ਹੈ ਕਿ ਦੂਸਰੇ ਗਰੁੱਪ ਦੇ ਬੰਦੇ ਬੁਲਾਉਣਗੇ। ਤਾਂ ਦੂਸਰੇ ਗਰੁੱਪ ਦੇ ਜਿਹੜੇ ਬੰਦੇ ਹੈਗੇ ਅੱਜ ਕੌਣ ਕੌਣ ਨੇ, ਅਜੀਤ ਸਿੰਘ ਸੰਧਾਵਾਲੀਆ ਤੇ ਅਤਰ ਸਿੰਘ, ਉਹ ਮੇਨ ਬੰਦੇ। ਉਹਨਾਂ ਨੂੰ ਕਿਹਾ ਜੀ ਵਾਪਸ ਪੰਜਾਬ ਮੁੜ ਆਓ। ਪੰਜਾਬ ਮੁੜ ਕੇ ਆ ਕੇ ਕੀ ਹੈ, ਤੁਹਾਨੂੰ ਮੈਂ ਰਾਜ ਭਾਗ ਮੋੜ ਦੂੰਗਾ, ਜੇ ਤੁਹਾਡੇ ਖਿਤਾਬ ਨੇ ਸਾਰੇ ਮੋੜ ਦਾਂਗੇ, ਤੂੰ ਵਾਪਸ ਆ ਜਾਓ, ਸ਼ੇਰ ਸਿੰਘ ਨਾਲ ਰਲ ਜਾਓ। ਤਾਂ ਉਹ ਵਾਪਸ ਆ ਜਾਂਦੇ ਭਾਈ ਜੀ, ਠੀਕ ਹੈ ਜੀ, ਵਾਪਸ ਆ ਜਾਂਦੇ ਆ। ਤਾਂ ਕਹਿੰਦਾ ਜੀ ਸ਼ੇਰ ਸਿੰਘ ਨੇ ਕਹਿੰਦਾ ਅੰਗਰੇਜ਼ਾਂ ਦੀ ਗੱਲ ਮੰਨ ਲਈ। ਤੇ 15 ਸਤੰਬਰ 1843 ਨੂੰ ਕਹਿੰਦੇ ਅਜੀਤ ਸਿੰਘ ਨੇ ਇੱਕ ਸਾਜ਼ਿਸ਼ ਦੇ ਤਹਿਤ ਮਹਾਰਾਜਾ ਜਦੋਂ ਆਪਣੀ ਪਲਟਨ ਦੇ ਵਿੱਚ ਮੁਆਇਨਾ ਕਰਦਾ ਸੀ ਤਾਂ ਆਪਣੀ ਬੰਦੂਕ ਦਾ ਘੋੜਾ ਦੱਬਤਾ। ਤਾਂ ਤੁਹਾਨੂੰ ਮੈਂ ਦੱਸਿਆ ਜਿਹੜਾ ਗਰੁੱਪ ਹੈਗੇ, ਚਾਹੇ ਉਹ ਸਰਦਾਰਾਂ ਦਾ ਗਰੁੱਪ ਹੈ ਚਾਹੇ ਡੋਗਰਿਆਂ ਦਾ ਗਰੁੱਪ ਹੈ, ਉਹਨਾਂ ਨੂੰ ਕੋਈ ਰਾਜ ਤਖਤ ਨਾਲ ਮਤਲਬ ਨਹੀਂ ਸੀਗਾ। ਉਹਨਾਂ ਨੂੰ ਤਾਂ ਬਸ ਐਂ ਸੀਗਾ ਅਸੀਂ ਪੈਸੇ ਲੁੱਟੀਏ, ਅੰਗਰੇਜ਼ਾਂ ਤੋਂ ਪੈਸੇ ਇਕੱਠੇ ਕਰੀਏ, ਫਲਾਣੇ ਥਾਂ ਤੋਂ ਪੈਸੇ ਇਕੱਠੇ ਕਰ ਲਈਏ, ਆਪਣੀਆਂ ਜ਼ਗੀਰਾਂ ਕਾਇਮ ਕਰ ਲਈਏ, ਬਸ। ਉਹਨਾਂ ਨੇ ਕੀ ਕੀਤਾ ਜੀ, ਸ਼ੇਰ ਸਿੰਘ ਦੀ ਵੀ ਡੈਥ ਕਰਵਾਤੀ ਜਾਂ ਕਰਤੀ। ਠੀਕ ਹੈ ਜੀ, ਸ਼ੇਰ ਸਿੰਘ ਦੀ ਵੀ ਡੈਥ ਹੋ ਗਈ। ਸ਼ੇਰ ਸਿੰਘ ਦੀ ਡੈਥ ਤੋਂ ਬਾਅਦ ਹੁਣ ਬਚਿਆ ਕੌਣ ਹੈ, ਰਾਜੇ ਛੋਟਾ ਪੁੱਤਰ ਦਲੀਪ ਸਿੰਘ। ਤਾਂ ਦਲੀਪ ਸਿੰਘ ਬਚਿਆ ਜੀ, ਬਾਕੀ ਤਾਂ ਕੋਈ ਇਹਨਾਂ ਖਾਸ ਇਤਿਹਾਸ ਜ਼ਿਕਰ ਨਹੀਂ ਆਉਂਦਾ। ਤਾਂ ਦਲੀਪ ਸਿੰਘ ਜੀ ਸੀਗੇ ਸਭ ਤੋਂ ਛੋਟੇ ਪੁੱਤਰ। ਇਹ ਕੁਐਸਚਨ ਪੁੱਛਿਆ ਜਾਂਦਾ ਹੁੰਦਾ ਸਭ ਤੋਂ ਛੋਟੇ ਪੁੱਤਰ ਦਾ ਨਾਮ ਕੀ ਸੀਗਾ, ਦਲੀਪ ਸਿੰਘ। ਤਾਂ ਦਲੀਪ ਸਿੰਘ ਜੀ ਆ ਮਹਾਰਾਜਾ ਦਲੀਪ ਸਿੰਘ ਜੀ ਦੀ ਛੋਟੇ ਹੁੰਦੇ ਦੀ ਫੋਟੋ ਹੈ। ਇਹ ਹੈਗੀ ਹੈ ਜੀ ਆਫਟਰ, ਠੀਕ ਹੈ, ਜਦੋਂ ਉਹ ਦੁਬਾਰਾ ਵਾਪਸ ਆ ਗਏ ਸੀ ਪੰਜਾਬ ਦੇ ਵਿੱਚ 1861 ਦੀ ਈਸਵੀ ਦੀ ਹੈ। ਪਹਿਲਾਂ ਵਿੱਚੋਂ ਅੰਗਰੇਜ਼ ਲੈ ਗਏ ਸੀਗੇ, ਉੱਥੇ ਆ ਕੇ ਉਹਨਾਂ ਦੇ ਵਾਲ ਵੂਲ ਵੀ ਕਤਲ ਕਰਵਾਤੇ ਸੀਗੇ। ਤਾਂ ਕਹਿਣ ਦਾ ਮਤਲਬ ਇਸ ਤੋਂ ਬਾਅਦ ਆਪਾਂ ਪੜਾਂਗੇ ਕਿਵੇਂ ਅੰਗਰੇਜ਼ਾਂ ਨੇ ਕੀ ਚਾਲਾਂ ਚੱਲੀਆਂ। ਤਾਂ ਹੁਣ ਤੱਕ ਕੀ ਹੋਇਆ ਸੀਗਾ, ਦਲੀਪ ਸਿੰਘ ਜੀ ਕੋਲੇ ਰਾਜ ਆ ਗਿਆ ਸੀਗਾ। ਦਲੀਪ ਸਿੰਘ ਜੀ ਕੋਲੇ ਜਦੋਂ ਰਾਜ ਆਇਆ ਤਾਂ ਬਹੁਤ ਛੋਟੀ ਉਮਰ ਦੇ ਸੀਗੇ। ਠੀਕ ਹੈ ਜੀ, ਇਹਨੂੰ ਆਪਾਂ ਆਖਰੀ ਰਾਜਾ ਕਹਿ ਸਕਦੇ ਹਾਂ ਸਿੱਖ ਇਤਿਹਾਸ ਦਾ। ਠੀਕ ਹੈ, ਸਿੱਖ ਇਤਿਹਾਸ ਦੇ ਵਿੱਚ ਸਭ ਤੋਂ ਛੋਟੇ ਮਤਲਬ ਕਿ ਸਭ ਤੋਂ ਆਖਰੀ ਰਾਜੇ ਸੀਗੇ ਤੇ ਸਭ ਤੋਂ ਛੋਟਾ ਪੁੱਤਰ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਦਾ। ਤਾਂ ਕਹਿੰਦਾ ਜੀ ਸ਼ੇਰ ਸਿੰਘ ਦੀ ਹੱਤਿਆ ਮਗਰੋਂ ਉਹਨਾਂ ਨੂੰ ਪੰਜਾਬ ਦਾ ਮਹਾਰਾਜਾ ਬਣਾਇਆ ਗਿਆ ਤੇ ਹੀਰਾ ਸਿੰਘ ਡੋਗਰਾ ਨੂੰ ਬਣਾਇਆ ਗਿਆ ਮੁੱਖ ਮੰਤਰੀ। ਹੁਣ ਹੀਰਾ ਸਿੰਘ ਡੋਗਰਾ ਕੌਣ ਆ, ਧਿਆਨ ਸਿੰਘ ਦਾ ਮੁੰਡਾ, ਧਿਆਨ ਸਿੰਘ ਡੋਗਰੇ ਦਾ ਮੁੰਡਾ। ਤੇ ਜਦੋਂ ਉਹ ਮਹਾਰਾਜਾ ਬਣਿਆ ਤਾਂ ਕਹਿੰਦਾ ਉਹਦੀ ਉਮਰ ਸੀਗੀ ਸਿਰਫ 5 ਸਾਲ। ਕਹਿਣ ਦਾ ਮਤਲਬ ਨਾਮ ਦਾ ਹੀ ਮਹਾਰਾਜਾ ਬਣਿਆ ਵਿਚਾਰਾ।
ਤੇ ਮਹਾਰਾਣੀ ਕੌਣ ਹੈ ਜੀ? ਜਿੰਦ ਕੌਰ। ਜਿੰਦ ਕੌਰ ਦਾ ਨਾਮ ਇਤਿਹਾਸ 'ਚ ਬਹੁਤ ਆਉਂਦਾ, ਜ਼ਿਕਰ ਆਉਂਦਾ ਜੀ। ਜਿੰਦ ਕੌਰ ਨੇ ਇਹਨਾਂ ਦੀ ਪ੍ਰਤੀਨਿਧੀ ਬਣੀ, ਮਤਲਬ ਕਿ ਮੇਨ ਇਹਨਾਂ ਦਾ ਮਾਰਗਦਰਸ਼ਨ ਕਿਹਨਾਂ ਨੇ ਕੀਤਾ? ਮਹਾਰਾਣੀ ਜਿੰਦ ਕੌਰ ਨੇ ਕੀਤਾ। ਬਾਅਦ 'ਚ ਇਹਨਾਂ ਨੂੰ ਗ੍ਰਿਫਤਾਰ ਕਰਕੇ ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਜਿੰਦ ਕੌਰ ਨੂੰ ਇੰਗਲੈਂਡ ਲੈ ਜਾਂਦੇ ਆ ਉੱਥੇ। ਠੀਕ ਹੈ ਜੀ, ਦੱਸੂਗਾ ਤੁਹਾਨੂੰ ਮੈਂ ਅਗਲੀ ਕਹਾਣੀ ਦੇ ਵਿੱਚ। ਤਾਂ ਕਹਿੰਦੇ ਜੀ ਇਹਨਾਂ ਨੇ 1843 ਤੋਂ ਲੈ ਕੇ 1846 ਬਹੁਤ ਮਤਲਬ ਘੱਟ ਟਾਈਮ ਕੀ ਹੈ ਰਹੇ ਨੇ ਸਿੰਘਾਸਨ ਤੇ ਅੱਗੇ 2 ਐਂਗਲੋ ਸਿੱਖ ਵਾਰ ਹੋਣਗੀਆਂ, ਜਿਹਦੇ ਵਿੱਚੋਂ ਸਭ ਤੋਂ ਐਂਗਲੋ ਸਿੱਖ ਵਾਰ ਹੋਣਗੀਆਂ ਜਿਹੜੀਆਂ ਕਿ ਅੰਗਰੇਜ਼ਾਂ ਤੇ ਮਹਾਰਾਜਾ ਦਲੀਪ ਸਿੰਘ ਦੇ ਵਿਚਕਾਰ। ਠੀਕ ਹੈ ਜੀ, ਕਿਉਂਕਿ ਗੱਦੀ ਤੇ ਇਹੀ ਬੈਠੇ ਨੇ ਤੇ ਇਹਨਾਂ ਦਾ ਨਾਮ ਹੀ ਚੱਲੂਗਾ। ਤੇ ਮਹਾਰਾਜਾ ਦਲੀਪ ਸਿੰਘ ਤੇ ਸਿੱਖਾਂ ਤੇ ਅੰਗਰੇਜ਼ਾਂ ਦੇ ਵਿਚਕਾਰ 2 ਐਂਗਲੋ ਸਿੱਖ ਵਾਰਸ ਹੁੰਦੀਆਂ, ਜਿੱਥੋਂ ਬਹੁਤ ਕੁਐਸਚਨ ਪੁੱਛੇ ਜਾਂਦੇ ਆ। ਤਾਂ ਉਹ ਆਪਾਂ ਇਸੇ ਕੰਟੀਨਿਊ ਕਰਾਂਗੇ ਇਸ ਸੀਰੀਜ਼ ਨੂੰ। ਠੀਕ ਹੈ ਜੀ, ਦੇਖੋ ਅੱਗੇ ਲਿਖਿਆ ਗਿਆ, ਦੇਖੋ 2 ਸਿੱਖ ਲੜਾਈਆਂ ਕਹਿੰਦਾ ਜੀ ਹੋਈਆਂ ਨੇ। ਉਸ ਤੋਂ ਬਾਅਦ ਕੀ ਆ, ਪੰਜਾਬ ਨੂੰ ਸੰਪੂਰਨ ਕੀ ਕੀਤਾ ਗਿਆ? ਆਪਣਾ ਮਿਲਾ ਲਿਆ ਗਿਆ ਅੰਗਰੇਜ਼ੀ ਰਾਜ ਦੇ ਵਿੱਚ। ਤੇ ਦਲੀਪ ਸਿੰਘ ਨੂੰ ਕਹਿੰਦੇ ਜੀ ਤਾਜ ਤੇ ਰਾਜ ਤੋਂ ਵੱਖ ਕਰਕੇ, ਤਾਜ ਮਤਲਬ ਕੋਹਿਨੂਰ, ਕੋਹਿਨੂਰ ਖੋਹ ਲਿਆ ਤੇ ਪਲੱਸ ਰਾਜ ਵੀ ਖੋਹ ਲਿਆ। ਤੇ ਰਾਜ ਖੋਹ ਕੇ ਵਾਪਸ ਕਿੱਥੇ ਲੈ ਗਏ? ਇੰਗਲੈਂਡ ਲੈ ਗਏ। ਤਾਂ ਅਗਲੀ ਵਾਰੀ ਆਪਾਂ ਇੱਥੇ ਕੰਟੀਨਿਊ ਕਰਾਂਗੇ ਐਂਗਲੋ ਸਿੱਖ ਵਾਰਸ। ਤਾਂ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਇਹਦੇ ਵਿੱਚ 2-3 ਗੱਲਾਂ ਨੋਟ ਜ਼ਿਆਦਾ ਕਰਨ ਵਾਲੀਆਂ ਨੇ। ਤਖਤਾਂ ਬਾਰੇ ਪੁੱਛ ਲੈਂਦੇ ਆ, ਨਾਨਕਸ਼ਾਹੀ ਕੈਲੰਡਰਾਂ ਬਾਰੇ ਪੁੱਛ ਲੈਂਦੇ ਆ, ਸਿੱਕਿਆਂ ਬਾਰੇ ਪੁੱਛ ਲੈਂਦੇ ਆ। ਇਸ ਤੋਂ ਇਲਾਵਾ ਕਿਹੜਾ ਬੰਦਾ ਤਖਤ ਤੇ ਆ ਕੇ ਬੈਠਿਆ ਤੇ ਕਿਵੇਂ ਬੈਠਿਆ, ਸਾਰੀ ਕਹਾਣੀ ਸੀਗੀ। ਤੇ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਜੇ ਪਸੰਦ ਆਈ ਹੈ ਪਲੀਜ਼ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਚੈਨਲ ਤੇ ਨਵੇਂ ਨੇ। ਤੇ ਜਲਦੀ ਆਪਾਂ ਲੈ ਕੇ ਆਵਾਂਗੇ ਨੈਕਸਟ ਵੀਡੀਓ, ਹੋਪਫੁਲ ਕੱਲ ਮਿਲ ਜੂਗੀ ਤੁਹਾਨੂੰ। ਤਾਂ ਸ਼ੁਕਰੀਆ ਜੀ, ਧੰਨਵਾਦ।